ਸਾਹਿਬ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਸ੍ਰੀ ਅਮਰਦਾਸ ਹਿਰਦੈ ਨਿਤ ਧਿਆਵ, ਹਿਰਦੈ ਨਿਤ ਧਿਆਵ। ਸ੍ਰੀ ਗੁਰੂ ਰਾਮਦਾਸ ਗੁਣ ਗਾਵ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਸ੍ਰੀ ਹਰਿਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਗਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬ੍ਰਿੰਦ ਅਕੋਰਨ ਅਰਪ ਆਗਾਰੀ, ਸਭ ਸੰਗਤ ਨੇ ਬੰਧਨ ਧਾਰੀ। ਮਨੋ ਕਾਮਨਾ ਪਾਵਨ ਕਰਹੀ, ਰਾਮਦਾਸ ਗੁਰ ਇਹੀ ਨਿਹਰਹੀ। ਬ੍ਰਿੰਦ ਅਕੋਰਨ ਅਰਪ ਆਗਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ। ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਾਂ ਕਿਰਪਾਲਤਾ ਹੋਈ। ਦੀਨ ਦੁਨੀਆ ਦੇ ਵਾਲੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਿਆਣਕਾਰੀ ਗੋਦ ਅੰਦਰ ਸੱਜ ਕਰਕੇ ਆਪ ਵਡਭਾਗੀ ਜਨਾਂ ਨੇ ਸ਼ਾਮ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਹੋਏ ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕੀਤੇ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰੂ ਇਤਿਹਾਸ ਦੀ ਕਥਾ ਵਿੱਚੋਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਕੌਤਕ ਆਪਾਂ ਸਰਵਣ ਕਰਦੇ ਪਏ ਸਾਂ। ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਤੇ ਇਸ ਵਿੱਚ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਅੰਤਮ ਸੰਸਕਾਰ ਤੋਂ ਬਾਅਦ ਕੁਝ ਦਿਨਾਂ ਤੋਂ ਬਾਅਦ ਸੰਗਤ ਇਕੱਠੀ ਹੋਈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਿਹੜੀ ਘਰ ਦੀ ਜ਼ਿੰਮੇਵਾਰੀ ਦੀ ਦਸਤਾਰ ਸੀ ਉਹ ਦੇਣ ਦਾ ਫੈਸਲਾ ਬਾਬਾ ਮੋਹਰੀ ਜੀ ਨੇ, ਬਾਬਾ ਬੁੱਢਾ ਜੀ ਨੇ ਕੀਤਾ ਹੈ ਕਿ ਜੇ ਗੁਰੂ ਸਾਹਿਬ ਜੀ ਨੇ ਪ੍ਰਿਥੀ ਚੰਦ ਨੂੰ ਤਿਆਗ ਦਿੱਤਾ ਹੈ, ਸਭ ਕੁਝ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਵਾਲੇ ਕੀਤਾ, ਜੇ ਗੁਰਤਾ ਗੱਦੀ ਦਾ ਤਿਲਕ ਤੇ ਦਸਤਾਰ ਉਹਨਾਂ ਨੂੰ ਦਿੱਤੀ ਤੇ ਫਿਰ ਘਰ ਦੀ ਜ਼ਿੰਮੇਵਾਰੀ ਦੀ ਦਸਤਾਰ ਵੀ ਉਹਨਾਂ ਨੂੰ ਦੇਣੀ ਬਣਦੀ ਹੈ। ਪਰ ਪ੍ਰਿਥੀ ਚੰਦ ਨੇ ਆਣ ਕੇ ਰੌਲਾ ਪਾਇਆ, ਝਗੜਾ ਕੀਤਾ। ਪੰਜਵੇਂ ਪਾਤਸ਼ਾਹ ਜੀ ਨੇ ਬੜੀ ਨਿਮਰਤਾ ਨਾਲ ਆਖਿਆ ਸੀ, ਅਸੀਂ ਤੁਹਾਡੇ ਤੋਂ ਛੋਟੇ ਹਾਂ, ਜੇ ਤੁਸੀਂ ਵੈਰ ਵਿਰੋਧ ਤਿਆਗ ਦੇਵੋ ਦਸਤਾਰ ਦੀ ਕਿਹੜੀ ਗੱਲ ਹੈ, ਤੁਸੀਂ ਲੈ ਲਓ। ਲੈ ਕੇ ਆਪਣੇ ਸਿਰ ਤੇ ਬਦੋਬਦੀ ਬੰਨ੍ਹ ਕੇ ਆਪਣੇ ਆਪ ਨੂੰ ਗੁਰੂ ਸਮਝਣ ਲੱਗ ਪਿਆ। ਪਰ ਸੰਗਤ ਆਈ, ਸਾਰੀ ਸੰਗਤ ਨੇ ਚੌਥੇ ਪਾਤਸ਼ਾਹ ਜੀ ਦਾ ਬਚਨ ਮੰਨਦਿਆਂ ਹੋਇਆਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਮੱਥਾ ਟੇਕਿਆ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਆਪਣਾ ਮਸਤਕ ਰੱਖਿਆ ਤੇ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਕੀਤੀ। ਇੱਕ ਵੀ ਮਨੁੱਖ ਸਾਰੀ ਸੰਗਤ ਵਿੱਚੋਂ ਪ੍ਰਿਥੀ ਚੰਦ ਵੱਲ ਨਹੀਂ ਗਿਆ। ਇੱਥੋਂ ਤੱਕ ਪ੍ਰਸੰਗ ਸਾਧ ਸੰਗਤ ਜੀ ਆਪਾਂ ਪਹਿਲਾਂ ਵਿਚਾਰਿਆ ਸੀ।
ਆਓ ਜਿਵੇਂ ਹਜੂਰ ਮਹਾਰਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ, ਸਰਦਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਜੀਵਨ, ਉਹਨਾਂ ਦੇ ਜੀਵਨ ਦੇ ਪਵਿੱਤਰ ਕੌਤਕ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ। ਗੁਰੂ ਸਾਹਿਬ ਜੀ ਆਪਣੇ ਸਾਰਿਆਂ ਨੂੰ ਚਿੱਤ ਦੀ ਇਕਾਗਰਤਾ ਬਖਸ਼ਣ, ਆਪ ਕਿਰਪਾ ਕਰਨ ਜੀ। ਆਓ ਅਸੀਸ ਲੈਂਦੇ ਹੋਏ ਰਸਨਾ ਪਵਿੱਤਰ ਕਰੀਏ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬ੍ਰਿੰਦ ਅਕੋਰਨ ਅਰਪ ਆਗਾਰੀ। ਬਹੁਤ ਸਾਰੀਆਂ ਸੰਗਤਾਂ ਗੁਰੂ ਰਾਮਦਾਸ ਸਾਹਿਬ ਜੀ ਦਾ ਚਲਾਣਾ ਜਾਣ ਕੇ, ਸੱਚਖੰਡ ਪਿਆਨਾ ਸੁਣ ਕੇ, ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣਾ ਜਾਣ ਕੇ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗੁਰਤਾ ਗੱਦੀ ਦੇ ਸਿੰਘਾਸਨ ਤੇ ਸੁਭਾਏਮਾਨ ਹੋਣ ਦੀ ਖਬਰ ਸੁਣ ਕੇ ਆਈਆਂ ਗੋਇੰਦਵਾਲ। ਆਣ ਕੇ ਸਾਰੀਆਂ ਸੰਗਤਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ 'ਚ ਬਹੁਤ ਸਾਰੀ ਭੇਟਾ ਰੱਖੀ ਔਰ ਬੜੀ ਭਾਵਨਾ ਨਾਲ ਪੰਜਵੇਂ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਜੀ। ਸਭ ਸੰਗਤ ਨੇ ਬੰਧਨ ਧਾਰੀ। ਸਾਰੀਆਂ ਸੰਗਤਾਂ ਨੇ ਆਣ ਕੇ ਬੰਦਨਾ ਕੀਤੀ, ਮੱਥਾ ਟੇਕਿਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ। ਮਨੋ ਕਾਮਨਾ ਪਾਵਨ ਕਰਹੀ। ਸਾਰਿਆਂ ਦੀਆਂ ਮਨੋ ਕਾਮਨਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪੂਰੀਆਂ ਕੀਤੀਆਂ ਹਨ। ਰਾਮਦਾਸ ਗੁਰ ਇਹੀ ਨਿਹਰਹੀ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਰੂਪ ਜਾਣ ਕੇ, ਉਸੇ ਸਰੂਪ ਨੂੰ, ਉਸੇ ਸਰਦਾ ਨੂੰ ਮੁੱਖ ਰੱਖਦਿਆਂ ਹੋਇਆਂ ਪੰਜਵੇਂ ਪਾਤਸ਼ਾਹ ਜੀ ਨੂੰ ਮੱਥਾ ਸਾਰਿਆਂ ਨੇ ਟੇਕਿਆ ਜੀ। ਫੇਰ ਹਜ਼ਾਰਨ ਧਨ ਕੋ ਆਇਬ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਆਈ ਔਰ ਹਜ਼ਾਰਾਂ ਦੀ ਗਿਣਤੀ ਵਿੱਚ ਹੀ ਧਨ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਇਆ ਜੀ। ਜਰਿਓ ਨਾ ਪ੍ਰਚਿਆ ਜਰਿਓ ਰਸਾਇਬ। ਕਹਿੰਦੇ ਇਹ ਦੇਖ ਕੇ ਪ੍ਰਿਥੀ ਚੰਦ ਜਰ ਨਹੀਂ ਸਕਿਆ ਤੇ ਜਲ ਬਾਲੀ ਗਿਆ, ਈਰਖਾ ਦੀ ਅੱਗ ਨਾਲ ਬੜਾ ਮੱਚਿਆ ਅੰਦਰੋਂ। ਉਹ ਰਹਿਓ ਉਪਾਏ ਕਰਤ ਬਹੁ ਤੇਰੇ। ਬਹੁਤ ਉਪਾਅ ਕੀਤੇ, ਯਤਨ ਕੀਤੇ, ਛੱਟ ਪਟਾਉਂਦਾ ਹੈ ਪਰ ਕੋਈ ਪੇਸ਼ ਨਹੀਂ ਗਈ ਪ੍ਰਿਥੀ ਚੰਦ ਦੀ। ਕੋ ਸਿੱਖ ਸੇਵਕ ਗਇਓ ਨਾ ਨੇਰੇ। ਕੋਈ ਵੀ ਸਿੱਖ ਸੇਵਕ ਪ੍ਰਿਥੀ ਚੰਦ ਨੂੰ ਮੱਥਾ ਟੇਕਣ ਨਾ ਗਿਆ। ਸਾਰੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਬੈਠੇ ਹਨ। ਦਿਵਸ ਆਗਲੇ ਪੁਨ ਸਿੱਖ ਆਏ। ਕਹਿੰਦੇ ਅਗਲੇ ਦਿਨ ਫੇਰ ਵੱਡੀ ਗਿਣਤੀ ਵਿੱਚ ਸੰਗਤ ਆਈ ਜੀ। ਦੇਖ ਪ੍ਰਥਮ ਜਿਉ ਤਿੰਨ ਅਰਪਾ। ਜਿਵੇਂ ਪਹਿਲੇ ਦਿਨ ਸੰਗਤਾਂ ਨੇ ਪੰਜਵੇਂ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਸੀ, ਅਗਲੇ ਦਿਨ ਦੀਆਂ ਸੰਗਤਾਂ ਨੇ ਵੀ ਹਜ਼ੂਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਹੀ ਮੱਥਾ ਟੇਕਿਆ ਹੈ। ਦੂਰ ਦੂਰ ਕੀ ਸੰਗਤ ਆਵ ਹੈ। ਬਹੁਤ ਦੂਰੋਂ ਦੂਰੋਂ ਸੰਗਤ ਆਉਣ ਲੱਗ ਪਈ ਹੈ ਜੀ। ਸ਼੍ਰੀ ਅਰਜਨ ਕੋ ਸੀਸ ਨਵਾਵ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਸੀਸ ਨਵਾਉਂਦੇ ਨੇ ਸਾਰੇ ਜਾਣੇ ਭਾਵਨਾ ਨਾਲ। ਕੇਤਕ ਦਿਵਸ ਦੇਖਤ ਦੁਖ ਹੋਵਤ। ਕਹਿੰਦੇ ਕੁਝ ਕੁ ਦਿਨ ਤਾਂ ਪ੍ਰਿਥੀ ਚੰਦ ਏਦਾਂ ਦੇਖਦਾ ਰਿਹਾ, ਬੜਾ ਦੁਖੀ ਹੋਇਆ, ਯਤਨ ਕੀਤੇ ਪਰ ਕੋਈ ਪੇਸ਼ ਨਾ ਗਈ ਜੀ। ਆਪਣੋ ਮਹਾ ਅਨਾਦਰ ਜੋਵਤ। ਹੁਣ ਪ੍ਰਿਥੀ ਚੰਦ ਨੂੰ ਪਤਾ ਲੱਗਾ ਇਸ ਗੱਲ ਵਿੱਚ ਤਾਂ ਮੇਰਾ ਅਨਾਦਰ ਹੈ, ਬੜੀ ਹੇਠੀ ਹੈ। ਸਾਰੇ ਮੱਥਾ ਪੰਜਵੇਂ ਪਾਤਸ਼ਾਹ ਜੀ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਟੇਕੀ ਜਾਂਦੇ ਨੇ। ਇਹਨੇ ਯਤਨ ਵੀ ਕੀਤਾ, ਦਸਤਾਰ ਖੋਹ ਵੀ ਲਈ, ਬੰਨ ਵੀ ਲਈ ਸਿਰ ਤੇ, ਪਰ ਕੋਈ ਨਹੀਂ ਆਇਆ। ਇਸ ਗੱਲ ਵਿੱਚ ਇਹਨੇ ਆਪਣਾ ਅਨਾਦਰ ਜਾਣਿਆ, ਆਪਣੀ ਹੇਠੀ ਜਾਣੀ ਜੀ। ਦੋਸ਼ ਮੋਹਰੀ ਆਦਕ ਕੇਰਾ। ਤੇ ਹੁਣ ਕਹਿੰਦਾ ਕੀ ਹੈ? ਕਹਿੰਦਾ ਵੀ ਇਹ ਸਾਰਾ ਦੋਸ਼ ਬਾਬੇ ਮੋਹਰੀ ਦਾ ਹੈ, ਇਹ ਸਾਰਾ ਕੁਝ ਉਹਨਾਂ ਦਾ ਹੀ ਕੀਤਾ ਕਰਾਇਆ ਹੈ ਤੇ ਉਹਨਾਂ ਦੇ ਨਾਲ ਬਿਰਧ ਆਦਿਕ ਸਿੱਖ ਕੇਰ ਕਨੇਰਾ। ਨਾਲ ਬਾਬਾ ਮੋਹਰੀ ਦੇ, ਬਾਬਾ ਬੁੱਢਾ ਜੀ ਆਦਿਕ ਸਾਰੇ ਸਿੱਖ ਰਲੇ ਹੋਏ ਨੇ। ਸਾਰਾ ਕੁਝ ਕੀਤਾ ਕਰਾਇਆ ਉਹਨਾਂ ਦਾ, ਇਸੇ ਕਰਕੇ ਮੇਰੇ ਵੱਲ ਕੋਈ ਨਹੀਂ ਆ ਰਿਹਾ। ਇਹ ਸੋਚਦਾ ਪਿਆ ਪ੍ਰਿਥੀ ਚੰਦ ਜੀ। ਜਰ ਤਰਦੇ ਨਹਿ ਚਲਤ ਉਪਾਈ। ਬਹੁਤ ਹਿਰਦੇ ਵਿੱਚ ਸੜਦਾ ਪਿਆ ਪਰ ਕੋਈ ਉਪਾਅ ਨਹੀਂ ਚੱਲਦਾ ਉਸ ਦਾ, ਪ੍ਰਿਥੀ ਚੰਦ ਦਾ। ਮੋਟਿਗ ਭੇਟ ਏਕ ਨਹਿ ਆਈ। ਹੁਣ ਮਨ ਚ ਸੋਚਦਾ ਭਈ ਇਹ ਕਿੰਨੇ ਦਿਨ ਹੋ ਗਏ ਨੇ, ਇੱਕ ਵੀ ਭੇਟਾ, ਇੱਕ ਵੀ ਸਿੱਖ ਲੈ ਕੇ ਮੇਰੇ ਕੋਲੇ ਨਹੀਂ ਆਇਆ ਹੈ। ਸਿੱਖ ਸੰਗਤ ਕੋ ਇਹ ਪਰਮਾਵੈ। ਕਹਿੰਦੇ ਸਿੱਖ ਸੰਗਤ ਨੂੰ ਬਸ ਬਾਬਾ ਮੋਹਰੀ ਜੀ ਤੇ ਬਾਬਾ ਬੁੱਢਾ ਜੀ ਭਰਮਾ ਰਹੇ ਹਨ। ਸ਼੍ਰੀ ਅਰਜਨ ਕੋ ਕਹਿ ਪੁਜਵਾਵੈ। ਇਹ ਕਹਿ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪੂਜਾ ਕਰਵਾ ਰਹੇ ਨੇ। ਸੰਗਤਾਂ ਨੂੰ ਆਪ ਭਰਮਾ ਕੇ ਇਹ ਲੈ ਕੇ ਜਾਂਦੇ ਨੇ। ਏਦਾਂ ਮਨ 'ਚ ਹੀ ਸੋਚੀ ਜਾਂਦਾ ਵੀ ਇਹ ਸਾਰੀ ਗੱਲ, ਸਾਰਾ ਦੋਸ਼ ਬਾਬਾ ਮੋਹਰੀ ਜੀ ਦਾ ਤੇ ਬਾਬਾ ਬੁੱਢਾ ਜੀ ਦਾ ਹੈ। ਮੁਝ ਆਛੋ ਨਹਿ ਇਹਾਂ ਬਸਾਵਾਂ। ਹੁਣ ਇਹਨੇ ਵਿਚਾਰ ਕੀਤੀ ਪ੍ਰਿਥੀ ਚੰਦ ਨੇ, ਮੇਰਾ ਗੋਇੰਦਵਾਲ ਰਹਿਣਾ ਨਹੀਂ ਬਣਦਾ, ਕਿਉਂਕਿ ਇੱਥੇ ਇਹ ਹੈਗੇ ਨੇ ਬਾਬਾ ਮੋਹਰੀ ਜੀ, ਬਾਬਾ ਬੁੱਢਾ ਜੀ, ਇੱਥੇ ਮੇਰੀ ਪੇਸ਼ ਨਹੀਂ ਜਾਣ ਦੇਣਗੇ ਇਹ। ਜਾਉ ਸੁਧ ਹਸਰ ਵਿਖੇ ਪੁਜਾਵਾਂ। ਤੇ ਚੰਗੀ ਗੱਲ ਹੈ ਅੰਮ੍ਰਿਤਸਰ ਚਲਿਆ ਜਾਵਾਂ, ਉੱਥੇ ਜਾ ਕੇ ਆਪਣੀ ਪੂਜਾ ਕਰਵਾਵਾਂ, ਕਿਉਂਕਿ ਪੂਜਾ ਦਾ ਹੀ ਅਸਲ ਵਿੱਚ ਇਹ ਭੁੱਖਾ ਸੀ ਤੇ ਉਹ ਗੱਲ ਨਹੀਂ ਸੀ ਬਣਦੀ ਪਈ। ਹੁਣ ਕਹਿੰਦਾ ਅੰਮ੍ਰਿਤਸਰ ਜਾ ਕੇ ਆਪਣੀ ਪੂਜਾ ਕਰਵਾ ਸਕਦਾ ਮੈਂ, ਇੱਥੇ ਮੇਰੀ ਕੋਈ ਪੇਸ਼ ਨਹੀਂ ਜਾਣੀ ਹੈ। ਐਵੇਂ ਵਿਚਾਰ ਦੁਖ ਪਾਏ ਕਨੇਰਾ। ਇਉਂ ਵਿਚਾਰਾਂ ਵੀ ਕਰਦਾ ਤੇ ਦੁਖੀ ਵੀ ਬੜਾ ਹੁੰਦਾ ਉਹ ਜੀ। ਸ਼੍ਰੀ ਅੰਮ੍ਰਿਤਸਰ ਗਮਨਿਓ ਫਿਰ ਚਲੇ ਗਿਆ, ਤਿਆਰੀ ਕੀਤੀ, ਅੰਮ੍ਰਿਤਸਰ ਨੂੰ ਤੁਰ ਪਿਆ ਉਹ। ਜਹਾਂਗੀਰ ਬਾਦਸ਼ਾਹ ਭਇਓ ਹੈ। ਜਦੋਂ ਇਹ ਅੰਮ੍ਰਿਤਸਰ ਪਹੁੰਚਿਆ ਤੇ ਜਹਾਂਗੀਰ ਬਾਦਸ਼ਾਹ ਦਾ ਸੁਲਹੀ ਤੇ ਉਮਰਾਵ ਕੀਓ ਹੈ। ਉਹਦਾ ਇੱਕ ਸੈਨਾਪਤੀ ਹੈ ਜਿਸ ਦਾ ਨਾਮ ਸੁਲਹੀ ਖਾਂ ਹੈ।
ਜਦੋਂ ਇਹ ਅੰਮ੍ਰਿਤਸਰ ਪਹੁੰਚਿਆ ਤੇ ਸੁਲਹੀ ਖਾਂ ਦੇ ਉਸ ਇਲਾਕੇ ਵਿੱਚ ਆਉਣ ਦੀ ਖਬਰ ਇਹਨੂੰ ਪ੍ਰਿਥੀ ਚੰਦ ਨੂੰ ਮਿਲੀ। ਸੋ ਮਾਝੇ ਮੈਂ ਚੱਲ ਕਰ ਆਇਓ। ਕਿਸੇ ਨੇ ਪ੍ਰਿਥੀ ਚੰਦ ਨੂੰ ਦੱਸਿਆ ਵੀ ਸੁਲਹੀ ਖਾਂ ਜਿਹੜਾ ਵੱਡਾ ਸੈਨਾਪਤੀ ਹੈ ਜਹਾਂਗੀਰ ਦਾ, ਉਹ ਮਾਝੇ ਵਿੱਚ ਆਇਆ ਹੋਇਆ ਹੈ। ਲਸ਼ਕਰ ਮਹਾ ਸੰਗ ਮਹਿ ਲਿਆਇਓ। ਬਹੁਤ ਵੱਡੀ ਫੌਜ ਦਾ ਲਸ਼ਕਰ ਉਸ ਦੇ ਨਾਲ ਹੈ ਤੇ ਉਹ ਇਸ ਪਾਸੇ ਦੇਵਨਾਥ ਆਇਆ ਹੋਇਆ ਹੈ। ਪ੍ਰਿਥੀਆ ਬਿਨ ਪੂਜਣ ਦੋ ਚਤਾਈ। ਕਿਉਂਕਿ ਪ੍ਰਿਥੀਆ ਤਾਂ ਪਹਿਲਾਂ ਹੀ ਇਸ ਦੁਚਿੱਤੀ ਵਿੱਚ ਸੀ ਵੀ ਮੇਰੀ ਪੂਜਾ ਕਿਵੇਂ ਹੋਵੇ, ਕਿਉਂ ਨਹੀਂ ਹੋ ਰਹੀ, ਕੀ ਮੈਨੂੰ ਕਰਨਾ ਪਵੇਗਾ। ਸੁਲਹੀ ਆਵਣ ਕੀ ਸੁਧ ਪਾਈ। ਉਹਨੇ ਚਿਰ ਨੂੰ ਇਹਨੂੰ ਸੁਲਹੀ ਖਾਂ ਦੇ ਇਸ ਇਲਾਕੇ ਵਿੱਚ ਅੰਮ੍ਰਿਤਸਰ ਦੇ ਨੇੜੇ ਆਉਣ ਦੀ ਖਬਰ ਮਿਲ ਗਈ ਜੀ। ਬੜ ਸਮਾਜ ਕਰ ਮਿਲਿਓ ਸੋ ਤਾਂ ਹੈ। ਇਹਨੇ ਬਹੁਤ ਸਾਰੀ ਭੇਟਾ ਲਈ, ਬਹੁਤ ਸਾਰੇ ਕੀਮਤੀ ਬਸਤਰ ਲਏ, ਬਹੁਤ ਸਾਰੀ ਮਾਇਆ ਨਾਲ ਲਈ ਤੇ ਸੁਲਹੀ ਖਾਂ ਨੂੰ ਮਿਲਣ ਵਾਸਤੇ ਚਲੇ ਗਿਆ। ਵਸਤ ਅਮੋਲਕ ਦਇਆ ਕਰ ਵਾਹੇ। ਕਹਿੰਦੇ ਬਹੁਤ ਕੀਮਤੀ ਬਸਤਰ ਤੇ ਭੇਟਾ ਰੱਖ ਕੇ ਇਹਨੇ ਸੁਲਹੀ ਖਾਂ ਦੇ ਨਾਲ ਮੁਲਾਕਾਤ ਕੀਤੀ ਜੀ। ਸ਼੍ਰੀ ਨਾਨਕ ਗਾਦੀ ਪਰ ਹਮ ਹੈ। ਜਾ ਕੇ ਕਹਿਣ ਲੱਗਾ ਵੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ, ਉਹਨਾਂ ਦੀ ਥਾਂ ਤੇ ਉਹਨਾਂ ਦੀ ਗੱਦੀ ਤੇ ਮੈਂ ਬੈਠਾ ਹਾਂ। ਸਗਲ ਮੁਲਕ ਕੇ ਮਾਲਕ ਤੁਮ ਹੈ। ਕਹਿਣ ਲੱਗਾ ਤੁਸੀਂ ਸਾਰੇ ਮੁਲਕ ਦੇ ਮਾਲਕ ਜੇ ਦੁਨਿਆਵੀ ਤੌਰ ਤੇ ਇਧਰੋਂ ਧਾਰਮਿਕ ਤੌਰ ਤੇ ਮੈਂ ਸਾਰਿਆਂ ਦਾ ਮਾਲਕ ਹਾਂ, ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਤੇ ਬੈਠਾ ਹਾਂ। ਮੁਲਾਕਾਤ ਕੀਨ ਸਚਿਤ ਚਾਹੇ। ਕਹਿਣ ਲੱਗਾ ਮੇਰਾ ਮਨ ਕਰਦਾ ਸੀ ਵੀ ਮੈਂ ਤੁਹਾਡੇ ਨਾਲ ਮੁਲਾਕਾਤ ਕਰਾਂ, ਇਸ ਕਰਕੇ ਤੁਹਾਨੂੰ ਮੈਂ ਮਿਲਣ ਵਾਸਤੇ ਆਇਆ ਹਾਂ। ਬਨਹਿ ਸਹਾਇਕ ਕਬ ਇਮ ਲਹਿ ਕੇ। ਇਹ ਮੇਰੇ ਮਨ ਵਿੱਚ ਸੀ ਵੀ ਜੇ ਤੁਹਾਨੂੰ ਮੇਰੀ ਲੋੜ ਪਵੇਗੀ ਮੈਂ ਤੁਹਾਡਾ ਸਹਾਈ ਹੋਵਾਂਗਾ, ਜੇ ਮੈਨੂੰ ਤੁਹਾਡੀ ਸੁਲਹੀ ਖਾਂ ਜੀ ਲੋੜ ਪਈ ਤੇ ਤੁਸੀਂ ਮੇਰੇ ਸਹਾਈ ਹੋਵੋਗੇ। ਇਹ ਜਾਣ ਕੇ, ਕਿਉਂਕਿ ਆਪਾਂ ਦੋਵੇਂ ਵੱਡੇ ਆ, ਤੁਸੀਂ ਜਹਾਂਗੀਰ ਦੇ ਵੱਡੇ ਸੈਨਾਪਤੀ ਹੋ, ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਤੇ ਬੈਠਾ ਹੋਇਆ, ਇਸ ਕਰਕੇ ਆਪਣਾ ਮਿਲਾਪ ਮੈਂ ਜ਼ਰੂਰੀ ਸਮਝਿਆ ਹੈ। ਸੁਣ ਸੁਲਹੀ ਨੇ ਬਹੁ ਸਨਮਾਨ। ਕਹਿੰਦੇ ਸੁਲਹੀ ਖਾਂ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਥਾਂ ਤੇ ਇਹ ਬੈਠਾ, ਬਹੁਤ ਸਨਮਾਨ ਕੀਤਾ ਉਸਨੇ ਪ੍ਰਿਥੀ ਚੰਦ ਦਾ। ਨਾਨਕ ਜਗ ਪੀਰ ਮਹਾਨ। ਉਹ ਸੁਲਹੀ ਕਹਿਣ ਲੱਗਾ ਵੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤਾਂ ਜਗਤ ਦੇ ਵੱਡੇ ਪੂਜਨੀਕ ਪੀਰ ਹੋਏ ਹਨ। ਨਿਜ ਮੁਰਾਦ ਹਮ ਤੁਮ ਤੇ ਪਾਵ ਤੇ ਹੈ। ਜੇ ਤੁਸੀਂ ਉਹਨਾਂ ਦੀ ਥਾਂ ਬੈਠੇ ਜੇ ਫਿਰ ਤਾਂ ਬੜੀ ਖੁਸ਼ੀ ਦੀ ਗੱਲ ਹੈ। ਅਸੀਂ ਆਪਣੀਆਂ ਮੁਰਾਦਾਂ ਪੂਰੀਆਂ ਕਰਵਾਵਾਂਗੇ ਤੁਹਾਡੇ ਕੋਲੋਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਾਰੇ ਬਹੁਤ ਅਦਬ ਕਰਦੇ ਹਨ। ਕਰਹਿ ਬੰਦਗੀ ਸੇਵਾ ਰਿਝਾਮ ਹੈ। ਬੰਦਗੀ ਦਾ ਅਰਥ ਨਮਸਕਾਰ ਕਰਨਾ ਹੁੰਦਾ। ਕਹਿੰਦੇ ਅਸੀਂ ਤੁਹਾਨੂੰ ਨਮਸਕਾਰ ਕਰਾਂਗੇ, ਤੁਹਾਡੇ ਨਾਲ ਪ੍ਰੇਮ ਕਰਕੇ ਸਾਨੂੰ ਵੀ ਖੁਸ਼ੀ ਹੋਵੇਗੀ, ਤੁਹਾਡੀ ਸੇਵਾ ਕਰਕੇ ਸਾਨੂੰ ਪ੍ਰਸੰਨਤਾ ਹੋਵੇਗੀ। ਇਮ ਕਹਿ ਤਿਨ ਤੁਰੰਗ ਇੱਕ ਦਿਨ। ਇਉਂ ਕਹਿ ਕੇ ਤੇ ਸੁਲਹੀ ਖਾਂ ਨੇ ਆਪਣੇ ਵੱਲੋਂ ਇੱਕ ਬਹੁਤ ਸੁੰਦਰ ਘੋੜਾ ਭੇਟਾ ਵਜੋਂ ਪ੍ਰਿਥੀ ਚੰਦ ਨੂੰ ਦਿੱਤਾ ਜੀ। ਰਜਤ ਸ਼ਿੰਗਾਰਤ ਸੁੰਦਰ ਜੀਨ। ਰਜਤ ਹੁੰਦੀ ਚਾਂਦੀ। ਕਹਿੰਦੇ ਚਾਂਦੀ ਦੀ ਕਢਾਈ ਵਾਲੀ ਸੁੰਦਰ ਇੱਕ ਜੀਨ ਕਾਠੀ ਨੂੰ ਕਹਿੰਦੇ ਬਹੁਤ ਸੁੰਦਰ ਚਾਂਦੀ ਦੀ ਕਢਾਈ ਵਾਲੀ ਕਾਠੀ ਉਸ ਘੋੜੇ ਤੇ ਪਾ ਕੇ ਤੇ ਭੇਟਾ ਵਜੋਂ ਪ੍ਰਿਥੀ ਚੰਦ ਨੂੰ ਘੋੜਾ ਦਿੱਤਾ ਇਹਨੇ ਸੁਲਹੀ ਖਾਂ ਨੇ। ਅਪਰ ਦਰਬ ਅਰਪਿਓ ਕੁਛ ਆਗੇ। ਤੇ ਬਹੁਤ ਸਾਰਾ ਧਨ ਰੱਖ ਕੇ ਉਹਨੇ ਮੱਥਾ ਟੇਕਿਆ ਸੁਲਹੀ ਖਾਂ ਨੇ। ਹਿਤ ਕਰ ਮਿਲੇ ਅੰਗ ਸੰਗ ਲਾਗੇ। ਕਹਿੰਦੇ ਬਹੁਤ ਪ੍ਰੇਮ ਨਾਲ ਮਿਲੇ, ਆਪਣੇ ਗਲ ਨਾਲ ਲਾ ਲਿਆ ਪ੍ਰਿਥੀ ਚੰਦ ਨੇ ਸੁਲਹੀ ਖਾਂ ਨੂੰ। ਪੁਨ ਪ੍ਰਿਥੀਏ ਨੇ ਕਹਿ ਮ੍ਰਿਦ ਬੋਲਾ। ਫਿਰ ਬਹੁਤ ਕੋਮਲ ਬਾਣੀ ਪ੍ਰਿਥੀ ਚੰਦ ਏਦਾਂ ਬਹੁਤ ਮਿੱਠੇ ਬਚਨ ਬੋਲਿਆ ਸੁਲਹੀ ਖਾਂ ਦੇ ਨਾਲ। ਸਿਰੇ ਪਾਉ ਦੀਨ ਸਬਹੁ ਮੌਲਾ। ਉਹਦਾ ਸਤਿਕਾਰ ਕਰਕੇ ਨਾ ਮਿੱਠੀਆਂ ਮਿੱਠੀਆਂ ਗੱਲਾਂ ਨਾਲ ਬਹੁਤ ਕੀਮਤੀ ਇੱਕ ਸਰੋਪਾ ਕੱਢਿਆ, ਉਹਦੇ ਉੱਪਰ ਬਹੁਤ ਸਾਰੀ ਮਾਇਆ ਰੱਖੀ ਪ੍ਰਿਥੀ ਚੰਦ ਨੇ ਤੇ ਸੁਲਹੀ ਖਾਂ ਨੂੰ ਭੇਟ ਕੀਤਾ। ਉਹ ਕਹਿ ਕਰ ਕੀਨ ਸਖਾ ਪਨ ਦੋ। ਕਹਿ ਕੇ ਉਹਨੂੰ ਵੀ ਅੱਜ ਤੋਂ ਆਪਾਂ ਮਿੱਤਰ ਹੋ ਗਏ। ਉਹਨੇ ਉਹਨੂੰ ਇੱਕ ਘੋੜਾ ਭੇਟ ਕੀਤਾ ਤੇ ਪ੍ਰਿਥੀ ਚੰਦ ਨੇ ਬਹੁਤ ਕੀਮਤੀ ਦੁਸ਼ਾਲਾ ਉੱਪਰ ਵਾਹਵਾ ਸਾਰੀ ਮਾਇਆ ਰੱਖ ਕੇ ਤੇ ਉਹਨੂੰ ਸੁਲਹੀ ਖਾਂ ਨੂੰ ਭੇਟ ਕੀਤਾ। ਕਹਿੰਦਾ ਲਓ ਅੱਜ ਤੋਂ ਆਪਾਂ ਮਿੱਤਰ ਹੋ ਗਏ। ਦੇਨ ਲੈਨ ਕਰ ਹਿਤ ਮੈਂ ਸੋ। ਕਹਿਣ ਲੱਗਾ ਆਪਣਾ ਜਿਹੜਾ ਲੈਣ ਦੇਣ ਹੈ ਦੋਵਾਂ ਦੇ ਹਿੱਤ ਵਿੱਚ ਹੀ ਹੈ। ਸੁਲਹੀ ਸੰਗ ਤੁਰਕ ਜੇ ਔਰ। ਜਿਹੜੇ ਸੁਲਹੀ ਖਾਂ ਦੇ ਨਾਲ ਹੋਰ ਕੁਝ ਪ੍ਰਮੁੱਖ ਬੰਦੇ ਸਨ ਸਾਰੀ ਸੈਨਾ ਵਿੱਚੋਂ, ਜਿਨ ਸੋ ਪਰਚ ਰਹਿਤ ਸਭ ਠੌਰ। ਜਿਨ੍ਹਾਂ ਦੇ ਨਾਲ ਸੁਲਹੀ ਖਾਂ ਹਮੇਸ਼ਾ ਪਰਚਿਆ ਰਹਿੰਦਾ ਸੀ, ਜਿਹੜੇ ਉਹਦੇ ਬਹੁਤ ਨੇੜੇ ਵਾਲੇ ਸਨ, ਨੇੜੂ ਬੰਦੇ ਸਨ ਉਹਦੇ ਨਾਲ ਉਸ ਵੇਲੇ। ਹੇਤੂ ਹੁਤੇ ਤਿੰਨ ਕੋ ਤਿਸ ਕਾਲ। ਜਿਹੜੇ ਸੁਲਹੀ ਖਾਂ ਦੇ ਬਹੁਤੇ ਹਿੱਤੂ ਸਨ ਉਹਨਾਂ ਨੂੰ ਵੀ ਆਪਣੇ ਵੱਲ ਕਰਨ ਵਾਸਤੇ ਪ੍ਰਿਥੀ ਚੰਦ ਨੇ ਏਦਾਂ ਕੀਤਾ ਜੀ। ਸਿਰੇ ਪਾਉ ਅਰ ਦਰਬ ਵਿਸਾਲ। ਬਹੁਤ ਕੀਮਤੀ ਸਰੋਪੇ ਕੱਢੇ, ਉਹਨਾਂ ਉੱਤੇ ਕਾਫੀ ਸਾਰੀ ਖੁੱਲੀ ਮਾਇਆ ਰੱਖੀ ਤੇ ਇਕੱਲੇ ਉਸ ਸੁਲਹੀ ਖਾਂ ਦੇ ਬੰਦਿਆਂ ਨੂੰ ਦਿੱਤੀ ਜਿਨ੍ਹਾਂ ਨਾਲ ਸੁਲਹੀ ਖਾਂ ਪਰਚਿਆ ਰਹਿੰਦਾ ਸੀ, ਬਹੁਤਾ ਨੇੜ ਸੀ ਉਸ ਦਾ। ਦੇ ਕਰ ਪ੍ਰਿਥੀਏ ਨੇ ਅਪਨਾਏ। ਕਹਿੰਦੇ ਉਹਨਾਂ ਨੂੰ ਬਹੁਤ ਕੀਮਤੀ ਸਰੋਪੇ ਦੇ ਕੇ, ਮਾਣ ਕਰਕੇ, ਮਾਇਆ ਦੇ ਕੇ ਤੇ ਆਪਣੇ ਵੱਲ ਕਰ ਲਿਆ ਪ੍ਰਿਥੀ ਚੰਦ ਨੇ। ਲੈ ਕਰ ਸਰ ਬਿਰਦੇ ਹਰ ਖਾਏ। ਕਹਿੰਦੇ ਸਾਰੇ ਜਾਣੇ ਉਹਦੇ ਕੋਲ ਸਰੋਪੇ ਤੇ ਮਾਇਆ ਲੈ ਕੇ ਪ੍ਰਿਥੀ ਚੰਦ ਕੋਲੋਂ ਬਹੁਤ ਖੁਸ਼ ਹੋਏ ਜੀ।
ਕਰਹਿ ਸਿਫਤ ਸੁਲਹੀ ਕੇ ਤੀਰ। ਕਹਿੰਦੇ ਸੁਲਹੀ ਖਾਂ ਦੇ ਕੋਲ ਬੜੀਆਂ ਸਿਫਤਾਂ ਕਰਦੇ ਫਿਰ ਪ੍ਰਿਥੀ ਚੰਦ ਦੀਆਂ। ਪ੍ਰਿਥੀ ਚੰਦ ਆਛੋ ਗੁਰ ਪੀਰ। ਕਹਿਣ ਲੱਗੇ ਵੀ ਸੁਲਹੀ ਖਾਂ ਇਹ ਪ੍ਰਿਥੀ ਚੰਦ ਤਾਂ ਬਹੁਤ ਚੰਗਾ ਪੀਰ ਹੈ, ਬੜਾ ਚੰਗਾ ਗੁਰੂ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਤੇ ਬੈਠਾ। 3 ਦਿਵਸ ਲਗ ਮਿਲਤੇ ਰਹੇ। 3 ਦਿਨ ਇਹ ਆਪਸ ਵਿੱਚ ਦੀ ਮਿਲਦੇ ਰਹੇ। 3 ਦਿਨ ਉਹ ਅੰਮ੍ਰਿਤਸਰ ਰਿਹਾ ਸੁਲਹੀ ਖਾਂ, ਤੇ 3 ਦਿਨ ਹੀ ਪ੍ਰਿਥੀ ਚੰਦ ਨੂੰ ਜਾ ਕੇ ਮਿਲਦਾ ਰਿਹਾ ਜੀ। ਤਬ ਸੁਲਹੀ ਆਦਰ ਕਰ ਚਾਹੇ। ਫਿਰ ਜਿਸ ਦਿਨ ਜਾਣਾ ਸੀ ਸੁਲਹੀ ਖਾਂ ਨੇ ਬੜੇ ਅਦਬ ਨਾਲ ਪ੍ਰਿਥੀ ਚੰਦ ਨੂੰ ਏਦਾਂ ਕਹਿਣ ਲੱਗਾ, ਜੋ ਤੁਮ ਕਾਰਜ ਹੋਏ ਸੋ ਕਰਹੂੰ। ਕਹਿਣ ਲੱਗਾ ਆਪਾਂ ਅੱਜ ਤੋਂ ਮਿੱਤਰ ਬਣ ਗਏ ਆ, ਤੂੰ ਸਾਡਾ ਪੂਜਨੀਕ ਹੈ, ਗੁਰੂ ਸਾਹਿਬ ਜੀ ਦੀ ਗੱਦੀ ਤੇ ਬੈਠਾ, ਪਰ ਫਿਰ ਵੀ ਆਪਾਂ ਮਿੱਤਰ ਹੈ। ਜੇ ਤੈਨੂੰ ਕਦੀ ਕੋਈ ਕੰਮ ਪਵੇ ਮੇਰੇ ਨਾਲ, ਕਿਉਂਕਿ ਮੈਂ ਜਹਾਂਗੀਰ ਦਾ ਇਸ ਵੇਲੇ ਮੁੱਖ ਸੈਨਾਪਤੀ ਹਾਂ, ਮੇਰੇ ਤੱਕ ਤੈਨੂੰ ਕੋਈ ਲੋੜ ਹੋਵੇ, ਕੋਈ ਕੰਮ ਹੋਵੇ, ਤੇ ਬਿਨਾਂ ਝਿਜਕ ਤੂੰ ਦੱਸ ਦੇਣਾ ਹੈ। ਸੁਧ ਜਬ ਦਿਓ ਸਦਾ ਅਨਸਰ ਹੂੰ। ਜਦੋਂ ਖਬਰ ਤੇਰੇ ਵੱਲੋਂ ਮੈਨੂੰ ਕੋਈ ਪਹੁੰਚੇਗੀ, ਤੈਨੂੰ ਕੋਈ ਕੰਮ ਹੋਇਆ, ਤੇ ਉਸੇ ਵੇਲੇ ਮੈਂ ਪਹੁੰਚਾਂਗਾ। ਮਿੱਤਰ ਕਾਜ ਮੈਂ ਆਪਣੋ ਜਾਣੋ। ਮੈਂ ਮਿੱਤਰ ਦੇ ਕੰਮ ਨੂੰ ਆਪਣਾ ਹੀ ਕਾਰਜ ਸਮਝ ਕੇ ਕਰਾਂਗਾ ਪ੍ਰੇਮ ਨਾਲ। ਜਹਾਂਗੀਰ ਤੇ ਤੁਮ ਸਨਮਾਨੋ। ਤੇ ਫਿਰ ਮੈਂ ਜਹਾਂਗੀਰ ਦੇ ਕੋਲੋਂ ਤੈਨੂੰ ਸਨਮਾਨ ਵੀ ਦਿਵਾਵਾਂਗਾ ਕਿ ਤੂੰ ਮੇਰਾ ਮਿੱਤਰ ਬਣ ਗਿਆ, ਕਦੀ ਆਵੀਂ, ਤੇ ਜਹਾਂਗੀਰ ਬਾਦਸ਼ਾਹ ਕੋਲੋਂ ਤੈਨੂੰ ਮੈਂ ਵਿਸ਼ੇਸ਼ ਸਨਮਾਨ ਸਤਿਕਾਰ ਸਰੋਪਾ ਦਿਵਾਵਾਂਗਾ। ਕਹੇ ਪ੍ਰਥਿਆ ਬਖਸ਼ੇ ਗੁਰ ਪੀਰ। ਪ੍ਰਿਥੀ ਚੰਦ ਨੇ ਅਸੀਸ ਦਿੱਤੀ, ਜਿਵੇਂ ਗੁਰੂ ਅਸੀਸ ਦਿੰਦੇ ਗੁਰੂ ਸਾਹਿਬ। ਕਹਿਣ ਲੱਗਾ ਤੈਨੂੰ ਗੁਰੂ ਪੀਰ ਬਖਸ਼ੇ, ਤੇਰੇ ਤੇ ਬਹੁਤ ਬਖਸ਼ਾਂ ਹੋਣ। ਤੁਮ ਪਰਮਾਮ ਵਿਸ਼ਵਾਸ ਗਹੀਰ। ਸੋ ਤੇਰੇ ਉੱਤੇ ਮੈਨੂੰ ਬਹੁਤ ਜ਼ਿਆਦਾ ਵਿਸ਼ਵਾਸ ਹੈ, ਕਿਉਂਕਿ ਆਪਾਂ ਮਿੱਤਰ ਹੋ ਗਏ ਆ ਤੇ ਪ੍ਰੇਮ ਹੋ ਗਿਆ ਆਪਣਾ ਅੱਜ ਤੋਂ। ਸਭ ਕਾਰਜ ਕੇ ਲਾਇਕ ਆਪ। ਕਿਉਂਕਿ ਤੁਸੀਂ ਹੁਣ ਤੁਹਾਡੀ ਪਹੁੰਚ ਹੈ, ਤੁਸੀਂ ਸੈਨਾਪਤੀ ਜੇ ਬਾਦਸ਼ਾਹ ਦੇ ਜਹਾਂਗੀਰ ਦੇ, ਇਸ ਕਰਕੇ ਸਾਰੇ ਕਾਰਜ ਤੁਸੀਂ ਕਰ ਸਕਦੇ, ਮੈਨੂੰ ਵਿਸ਼ਵਾਸ ਹੈ ਇਹ। ਅਪਰ ਨਹੀਂ ਮੁਝ ਕੋ ਸੰਤਾਪ। ਮੈਨੂੰ ਹੋਰ ਤਾਂ ਕੋਈ ਦੁੱਖ ਹੈ ਨਹੀਂ। ਪ੍ਰਿਥੀ ਚੰਦ ਨੇ ਨਾਲ ਹੀ ਗੱਲ ਛੇੜ ਦਿੱਤੀ। ਜਦੋਂ ਉਹਨੇ ਆਖਿਆ ਨਾ ਕੋਈ ਕੰਮ ਹੋਇਆ ਮੈਨੂੰ ਦੱਸੀ, ਮੈਂ ਤੇਰਾ ਕੰਮ ਕਰਕੇ ਖੁਸ਼ੀ ਮਹਿਸੂਸ ਕਰਾਂਗਾ। ਪ੍ਰਿਥੀ ਚੰਦ ਕਹਿੰਦਾ ਮੈਨੂੰ ਵਿਸ਼ਵਾਸ ਹੈ ਤੇਰੇ ਤੇ, ਤੂੰ ਵੱਡਾ ਬੰਦਾ, ਤੂੰ ਕਰ ਸਕਦਾ ਹੈ, ਉਵੇਂ ਮੈਨੂੰ ਕੋਈ ਦੁੱਖ ਨਹੀਂ ਹੈਗਾ। ਅਰਜਨ ਅਣਜੋ ਲੀਨ ਅਧਿਕਾਰ। ਪਰ ਇੱਕ ਪਰੇਸ਼ਾਨੀ ਮੈਨੂੰ ਹੈਗੀ ਕਿ ਗੁਰੂ ਅਰਜਨ ਦੇਵ ਸਾਹਿਬ ਮੇਰੇ ਛੋਟੇ ਭਰਾ ਹਨ। ਅਰ ਪਹਿ ਧਨ ਸੰਗਤ ਤਿਸ ਸਾਰਾ। ਉਹ ਗੁਰੂ ਬਣ ਕੇ ਬੈਠ ਗਏ ਨੇ ਮੇਰੀ ਮਰਜ਼ੀ ਦੇ ਉਲਟ, ਤੇ ਸਾਰੀਆਂ ਸੰਗਤਾਂ ਉਹਨਾਂ ਨੂੰ ਜਾ ਕੇ ਮੱਥਾ ਟੇਕਦੀਆਂ, ਧਨ ਸਾਰਾ ਉਹਨਾਂ ਨੂੰ ਅਰਪਦੀਆਂ ਹਨ। ਇਹ ਕੇ ਸੰਗ ਬਾਦ ਹੈ ਮੇਰਾ। ਤੇ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨਾਲ ਮੇਰਾ ਝਗੜਾ ਜ਼ਰੂਰ ਵਧੇਗਾ। ਹੋਏ ਪਰੇ ਕਬਹੂ ਵੜ ਘੇਰਾ। ਪਤਾ ਨਹੀਂ ਕਿਹੜੇ ਵੇਲੇ ਲੜਾਈ ਵੱਡਾ ਰੂਪ ਧਾਰਨ ਕਰ ਜਾਵੇ। ਲੱਗਦਾ ਮੈਨੂੰ ਉਵੇਂ ਮੈਨੂੰ ਕੋਈ ਪਰੇਸ਼ਾਨੀ ਨਹੀਂ, ਪਰ ਆਪਣੇ ਛੋਟੇ ਭਰਾ ਤੋਂ ਮੈਂ ਪਰੇਸ਼ਾਨ ਹਾਂ, ਕਿਉਂਕਿ ਸੰਗਤ ਉਹਨਾਂ ਨੂੰ ਮੱਥਾ ਟੇਕਦੀ ਪਈ ਹੈ। ਇਸ ਗੱਲ ਕਰਕੇ ਹੋ ਸਕਦਾ ਲੜਾਈ ਹੋਵੇ ਤੇ ਝਗੜਾ ਵੱਧ ਜਾਵੇ, ਫਿਰ ਮੈਨੂੰ ਤੇਰੀ ਲੋੜ ਪਵੇਗੀ। ਤਬ ਮੈਂ ਤੁਮਰੀ ਚਾਹੂੰ ਸਹਾਏ। ਉਸ ਵੇਲੇ ਮੈਨੂੰ ਤੇਰੀ ਸਹਾਇਤਾ ਦੀ ਜ਼ਰੂਰਤ ਪਵੇਗੀ, ਮੈਂ ਤੈਨੂੰ ਯਾਦ ਕਰਾਂਗਾ। ਅਪਰ ਨਹੀਂ ਕੋ ਮੁਝ ਦੁਖਦਾ। ਹੋਰ ਮੈਨੂੰ ਕੋਈ ਦੁੱਖ ਨਹੀਂ ਹੈ, ਕੋਈ ਪਰੇਸ਼ਾਨੀ ਨਹੀਂ ਹੈ। ਇਹ ਪ੍ਰਿਥੀ ਚੰਦ ਨੇ ਗੱਲ ਆਖੀ ਸੁਲਹੀ ਖਾਂ ਨੂੰ। ਸੁਲਹੀ ਕਹਿਓ ਨਿਚਿੰਤ ਰਹੀਜੈ। ਅੱਗੇ ਸੁਲਹੀ ਕਹਿਣ ਲੱਗਾ ਕੋਈ ਗੱਲ ਹੀ ਨਹੀਂ, ਤੁਸੀਂ ਬੇਫਿਕਰ ਹੋ ਜਾਵੋ, ਕੋਈ ਚਿੰਤਾ ਨਾ ਕਰੋ। ਜਿਮ ਤੁਮ ਚਾਹੋ ਤਥਾ ਕਹਿ ਦੀਜੈ। ਜਿਵੇਂ ਵੀ ਕਰਨਾ ਹੋਇਆ ਬਸ ਇੱਕ ਸੁਨੇਹਾ ਭੇਜ ਦੇਣਾ ਮੇਰੇ ਤਾਈਂ, ਉਸੇ ਤਰ੍ਹਾਂ ਮੈਂ ਕਰ ਦੇਵਾਂਗਾ। ਪਰ ਹੈ ਕਾਜ ਕੁਛ ਤੇਰੋ ਆਏ। ਕੋਈ ਵੀ ਕੰਮ ਤੇਰਾ ਇਸ ਤੋਂ ਬਿਨਾਂ ਵੀ ਕੋਈ ਕੰਮ ਜੇ ਤੈਨੂੰ ਪੈ ਜਾਵੇ ਮੇਰੇ ਤੱਕ, ਤਾਂ ਸਰਬ ਸਵਾਰਾਂ ਮੈਂ ਬਲ ਲਾਏ। ਮੈਂ ਸਾਰੀ ਤਾਕਤ ਲਾ ਕੇ ਤੇਰਾ ਕੰਮ ਸਵਾਰ ਦੇਵਾਂਗਾ, ਕਿਉਂਕਿ ਆਪਾਂ ਮਿੱਤਰ ਹੋ ਗਏ ਹਾਂ। ਇਮ ਆਪਸ ਮੈਂ ਕਹਿ ਸੁਣ ਕਰਕੇ। ਇਉਂ ਆਪੋ ਵਿੱਚ ਦੀ ਕਹਿ ਸੁਣ ਕੇ ਕੁਝ ਗੱਲਾਂ ਪ੍ਰਿਥੀ ਚੰਦ ਨੇ ਆਖੀਆਂ, ਕੁਝ ਸੁਲਹੀ ਖਾਂ ਨੇ ਮੋੜ ਕੇ ਆਖੀਆਂ ਜੀ। ਸੁਲਹੀ ਵਿਦਾ ਭਇਓ ਤਬ ਚੜ ਕੇ। ਉਸ ਵੇਲੇ ਫਿਰ ਸੁਲਹੀ ਖਾਂ ਵਿਦਾ ਹੋ ਗਿਆ, ਉੱਥੋਂ ਚੱਲ ਪਿਆ ਜੀ। ਬਹੁ ਧਨ ਖਰਚ ਤੁਰ ਕੇ ਅਪਨਾਇਓ। ਕਹਿੰਦੇ ਬਹੁਤ ਪੈਸੇ ਖਰਚ ਕੇ, ਕੀਮਤੀ ਸਰੋਪੇ ਦੇ ਕੇ ਇਹਨਾਂ ਤੁਰਕਾਂ ਨੂੰ ਪ੍ਰਿਥੀ ਚੰਦ ਨੇ ਚਲਾਕੀ ਨਾਲ ਆਪਣੇ ਵੱਲ ਕਰ ਲਿਆ ਜੀ। ਨਹਿ ਮੋਹ ਸਮ ਕੋ ਔਰ ਗਰਭਾਇਓ। ਤੇ ਹੁਣ ਬੜਾ ਖੁਸ਼ ਹੋ ਗਿਆ, ਕਹਿੰਦਾ ਨਹਿ ਮੋਹ ਸਮ ਕੋ, ਮੇਰੇ ਵਰਗਾ ਹੁਣ ਕੋਈ ਨਹੀਂ ਹੈਗਾ। ਇੰਨਾ ਹੰਕਾਰੀ ਪਹਿਲਾਂ ਸੀ, ਹੋਰ ਹੰਕਾਰ ਵੱਧ ਗਿਆ। ਕਹਿੰਦਾ ਹੁਣ ਤਾਂ ਸੁਲਹੀ ਖਾਂ ਮੇਰਾ ਮਿੱਤਰ ਬਣ ਗਿਆ। ਇਹਦਾ ਅਰਥ ਹੈ ਵੀ ਹੁਣ ਮੈਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ, ਮੇਰੇ ਬਰਾਬਰ ਹੁਣ ਕੋਈ ਨਹੀਂ ਹੈਗਾ। ਦੋਹਰਾ ਸ਼੍ਰੀ ਅਰਜਨ ਗੁਰ ਤਾਲੇ ਹੋਈ ਸ਼ਕਤ ਵਿਸਾਲ। ਉਧਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਗੁਰਤਾ ਗੱਦੀ ਦੇ ਸਿੰਘਾਸਨ ਤੇ ਸੁਭਾਇਮਾਨ ਹੋਏ, ਸਾਰੀਆਂ ਤਾਕਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਧੀਨ ਹੋ ਗਈਆਂ ਹਨ। 9 ਨਿਧ ਰਿਧ ਸਿਧ 8 10 ਆ ਗਏ ਥਿਤ ਸਭ ਕਾਲ। 9 ਨਿਧੀਆਂ ਰਿਧੀਆਂ ਸਿੱਧੀਆਂ, 8 10 ਦਾ ਅਰਥ ਹੁੰਦਾ 18 ਸਿੱਧੀਆਂ, 9 ਨਿਧੀਆਂ, ਸਭ ਕੁਝ ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੱਥ ਬੰਨ ਕੇ ਖੜਾ ਰਹਿੰਦਾ। ਇਹ ਤਾਕਤਾਂ ਹੀ ਨੇ, 18 9 ਨਿਧੀਆਂ। ਉਵੇਂ ਇਹਨਾਂ ਦੀ ਵਿਆਖਿਆ ਲੰਬੀ ਚੌੜੀ ਹੈ, ਪਰ ਐਉਂ ਆਪਾਂ ਸਮਝ ਸਕਦੇ ਹਾਂ ਕਿ ਇਹ ਸਾਰੀਆਂ ਤਾਕਤਾਂ, ਇਹ ਸਾਰੀ ਕਲਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਅਧੀਨ ਹੀ ਚੌਥੇ ਪਾਤਸ਼ਾਹ ਜੀ ਨੇ ਕਰ ਦਿੱਤੀ। 3 ਲੋਕ ਮਹਿ ਆਸ ਨਹਿ ਕੋਈ। ਕੋਈ ਵੀ 3 ਲੋਕਾਂ ਵਿੱਚ ਐਸਾ ਨਹੀਂ ਸੀ ਹੈਗਾ ਜੀ।
ਚਾਹੇ ਸੋ ਕਰੈ ਹਟਾਵੈ ਜੋਈ। ਜੋ ਗੁਰੂ ਅਰਜਨ ਦੇਵ ਸਾਹਿਬ ਚਾਹਣ ਉਹ ਕਰਨ ਤੇ ਕੋਈ ਤਿੰਨਾਂ ਲੋਕਾਂ ਵਿੱਚ ਉਸ ਨੂੰ ਹਟਾ ਸਕੇ, ਮੋੜ ਸਕੇ, ਇਹੋ ਜਿਹਾ ਕੋਈ ਨਹੀਂ ਸੀ ਤਿੰਨਾਂ ਲੋਕਾਂ ਵਿੱਚ ਹੈ ਜੋ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਕੀਤੀ ਨੂੰ ਪਲਟ ਸਕਦਾ ਹੋਵੇ। ਇੰਦਰ ਸਮੇਤ ਦੇਵਤਾ ਸਾਰੇ, ਕਹਿੰਦੇ ਇੰਦਰ ਦੇਵਤਿਆਂ ਦਾ ਰਾਜਾ ਮੰਨਿਆ ਗਿਆ, ਸਮੇਤ ਇੰਦਰ ਦੇ ਜਿੰਨੇ ਦੇਵਤੇ ਹਨ। ਰਹੈ ਸਦਾ ਆਇਸ ਅਨੁਸਾਰੇ, ਸਾਰੇ ਦੇਵਤੇ ਜਿਹੜੇ ਅਦ੍ਰਿਸ਼ ਆਪਾਂ ਜਿਨ੍ਹਾਂ ਨੂੰ ਮੰਨਦੇ ਉਹ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਆਗਿਆ ਵਿੱਚ ਹਨ। ਜਿਸ ਕੋ ਚਾਹੈ ਨਰਕ ਮਹਿ ਪਾਵਹਿ, ਮਹਾਰਾਜ ਚਾਹਣ ਤੇ ਕਿਸੇ ਨੂੰ ਨਰਕ ਚ ਪਾ ਸਕਦੇ ਹਨ। ਨਰਕ ਬਿਖੈ ਤੈ ਸੁਰਗ ਪਹੁੰਚਾਵਹਿ, ਚਾਹਣ ਤੇ ਸਾਰੇ ਨਰਕ ਖਾਲੀ ਕਰਕੇ ਉਹਨਾਂ ਨੂੰ ਸਵਰਗਾਂ ਚ ਪਹੁੰਚਾ ਸਕਦੇ ਹਨ। ਮਹਾਰਾਜ ਪਦ ਬਖਸ਼ ਹੈ ਰੰਕ, ਕਿਸ ਰੰਕ ਹੁੰਦਾ ਗਰੀਬ, ਕਿਸੇ ਨੂੰ ਚਾਹਣ ਪੰਜਵੇਂ ਪਾਤਸ਼ਾਹ ਤੇ ਗਰੀਬ ਨੂੰ ਮਹਾਰਾਜਾ ਬਣਾ ਸਕਦੇ ਹਨ। ਰੰਕ ਕਰਹਿ ਰਾਜਾ ਭੂਬੰਕ, ਤੇ ਜੇ ਕੋਈ ਰਾਜਾ ਹੰਕਾਰੀ ਹੋ ਜਾਵੇ ਤੇ ਇੱਕ ਅੱਖ ਦੇ ਇਸ਼ਾਰੇ ਨਾਲ ਹੀ ਭੂਬੰਕ ਦਾ ਅਰਥ ਉਵੇਂ ਹੁੰਦਾ ਭਰਵੱਟਾ, ਇੱਕ ਇਸ਼ਾਰਾ ਹੀ ਮਹਾਰਾਜ ਜੀ ਕਰ ਦੇਣ ਤੇ ਰਾਜੇ ਨੂੰ ਗਰੀਬ ਕੰਗਾਲ ਕਰ ਦੇਣ ਤੇ ਕੰਗਾਲ ਨੂੰ ਰਾਜਾ ਕਰ ਦੇਣ। ਇਹ ਹੈ ਵੀ ਸਾਧ ਸੰਗੀ ਸੱਚ ਮਹਾਰਾਜ ਜੀ ਦੇ ਬਚਨ ਨੇ। ਛਿਨਮੈ ਰਾਉ ਰੰਕੋ ਕਰਈ ਰਾਉ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸੁਖਨਾਵੇ ਇਹ ਤਾਕੋ ਵਿਵਹਾਰੇ। ਕਹਿੰਦੇ ਗੁਰੂ ਇੰਨਾ ਸਮਰੱਥ ਹੁੰਦਾ ਗੁਰਮੁਖੋ, ਇੱਕ ਪਲ ਵਿੱਚ ਰਾਜੇ ਨੂੰ ਭਿਖਾਰੀ ਤੇ ਭਿਖਾਰੀ ਨੂੰ ਰਾਜਾ ਕਰ ਸਕਦਾ, ਖਾਲੀਆਂ ਨੂੰ ਭਰ ਸਕਦਾ, ਭਰੇ ਨੂੰ ਖਾਲੀ ਕਰ ਸਕਦਾ। ਬਹੁਤ ਸਾਰੇ ਬਚਨ ਆਪਾਂ ਨੂੰ ਉਮੀਦ ਮਿਲ ਜਾਂਦੇ ਨੇ। ਜੇ ਮਹਾਰਾਜ ਕਿਸੇ ਵੱਲੋਂ ਨਜ਼ਰ ਫੇਰ ਲੈਣ ਤੇ ਉਹ ਕਹਿੰਦੇ ਨੇ ਨਜ਼ਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ, ਵੱਡੇ ਵੱਡੇ ਸੁਲਤਾਨ ਘਾਹ ਖਾਣ ਲਈ ਮਜਬੂਰ ਹੋ ਜਾਣ। ਜੇ ਮਹਾਰਾਜ ਮਿਹਰ ਦੀ ਨਜ਼ਰ ਕਰ ਦੇਣ ਤੇ ਜਿਹੜੇ ਰੁਲਦੇ ਫਿਰਦੇ ਨੇ ਉਹਨਾਂ ਨੂੰ ਪਾਤਸ਼ਾਹੀਆਂ ਇੱਕ ਪਲ ਚ ਬਖਸ਼ ਦੇਣ। ਸੱਚੇ ਪਾਤਸ਼ਾਹ ਜੀ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ। ਇੰਨੀ ਸਮਰੱਥਾ ਹੁੰਦੀ ਗੁਰੂ ਸਾਹਿਬ ਵਿੱਚ। ਉਹ ਸਾਰੀ ਸਮਰੱਥਾ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਵਿੱਚ ਹੈ ਜੀ। ਕਹੈ ਬਚਨ ਜੀਵਤ ਕੋ ਮਾਰਹਿ, ਜੇ ਚਾਹਣ ਇੱਕ ਬਚਨ ਕਰਕੇ ਜਿਉਂਦੇ ਨੂੰ ਮਾਰ ਸਕਦੇ ਹਨ। ਮਰਤੇ ਕੋ ਤਤਕਾਲ ਉਭਾਰਹਿ, ਇੱਕ ਬਚਨ ਕਰ ਦੇਣ ਤੇ ਮੁਰਦੇ 'ਚ ਜਾਨ ਪਾ ਸਕਦੇ ਨੇ, ਮਰੇ ਨੂੰ ਜਵਾ ਸਕਦੇ ਨੇ, ਜਿਉਂਦੇ ਨੂੰ ਮਾਰ ਸਕਦੇ ਨੇ, ਕਿਉਂਕਿ ਇਹ ਸਾਰੀ ਤਾਕਤ ਪ੍ਰਮਾਤਮਾ ਦੇ ਹੱਥ ਵਿੱਚ ਹੁੰਦੀ ਤੇ ਮਹਾਰਾਜ ਪ੍ਰਮਾਤਮਾ ਦਾ ਹੀ ਸਰੂਪ ਨੇ। ਕੋਈ ਲੇਸ ਮਾਤਰ ਫਰਕ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਬਚਨ ਨੇ, ਧਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਾਰ, ਪਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰਿ। ਪ੍ਰਤੱਖ ਹਰੀ ਦਾ ਰੂਪ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਲੇਸ ਮਾਤਰ ਵੀ ਫਰਕ ਨਹੀਂ ਹੈ ਪ੍ਰਮਾਤਮਾ ਵਿੱਚ ਔਰ ਗੁਰੂ ਅਰਜਨ ਦੇਵ ਸਾਹਿਬ ਜੀ ਵਿੱਚ। ਇਸ ਕਰਕੇ ਉਨੇ ਹੀ ਸਮਰੱਥ ਨੇ ਜਿੰਨਾ ਅਕਾਲ ਪੁਰਖ ਵਾਹਿਗੁਰੂ ਸਮਰੱਥ ਹੈ। ਰਿਸ ਪਰ ਸੰਤ ਸਫਲ ਵਿਸਾਲ, ਕਹਿੰਦੇ ਨੇ ਕਿਸੇ ਉੱਤੇ ਨਾਰਾਜ਼ ਹੋ ਜਾਣ, ਰਿਸ ਹੁੰਦੀ ਨਾਰਾਜ਼ਗੀ, ਪ੍ਰਸੰਨਤਾ ਹੁੰਦੀ ਖੁਸ਼ੀ। ਜੇ ਮਹਾਰਾਜ ਕਿਸੇ ਤੇ ਨਾਰਾਜ਼ ਹੋ ਜਾਣ ਤੇ ਉਹ ਵੀ ਤੁਰੰਤ ਅਸਰ ਕਰੇਗੀ, ਜੇ ਮਹਾਰਾਜ ਕਿਸੇ ਤੇ ਖੁਸ਼ ਹੋ ਜਾਣ ਤੇ ਉਹ ਵੀ ਤੁਰੰਤ ਅਸਰ ਹੋਵੇਗਾ। ਹਾਲਾਂਕਿ ਗੁਰੂ ਸਾਹਿਬ ਜੀ ਦਾ ਬਿਰਧ ਹੁੰਦਾ, ਉਹ ਨਾਰਾਜ਼ ਨਹੀਂ ਕਿਸੇ ਤੇ ਹੁੰਦੇ, ਸਰਾਪ ਨਹੀਂ ਕਿਸੇ ਨੂੰ ਦਿੰਦੇ, ਬਦੋ ਬਦੀ ਕਿਸੇ ਨੂੰ ਨਰਕ 'ਚ ਨਹੀਂ ਪਾਉਣਗੇ, ਕੱਢ ਭਾਵਾਂ ਦੇਣ ਕਿਸੇ ਤੇ ਪਰਉਪਕਾਰ ਕਰਕੇ ਤਰਸ ਕਰਕੇ। ਪਰ ਸਮਰੱਥਾ ਹੈ, ਜਿਉਂਦੇ ਨੂੰ ਮਾਰ ਸਕਦੇ, ਮਰੇ ਨੂੰ ਜਵਾ ਸਕਦੇ ਨੇ, ਨਰਕ ਖਾਲੀ ਕਰ ਸਕਦੇ ਨੇ, ਸਵਰਗ ਖਾਲੀ ਕਰ ਸਕਦੇ ਨੇ। ਸਮਰੱਥ ਨੇ ਮਹਾਰਾਜ। ਪਰ ਫਿਰ ਵੀ ਗੁਰੂ ਸਾਹਿਬ ਜੀ ਨੇ ਕਰਨਾ ਹਮੇਸ਼ਾ ਭਲਾ ਤੇ ਪਰਉਪਕਾਰ ਹੀ ਹੁੰਦਾ ਹੈ ਜੀ। ਨਾਸ਼ਨ ਬਖਸ਼ਨ ਹੈ ਤਤਕਾਲ, ਕਹਿੰਦੇ ਨੇ ਨਾਸ ਕਰ ਦੇਣਾ ਜਾਂ ਕਿਸੇ ਨੂੰ ਬਖਸ਼ ਦੇਣਾ ਤਤਕਾਲ, ਉਸੇ ਵੇਲੇ ਇੱਕ ਮਿਹਰ ਦੀ ਨਜ਼ਰ ਨਾਲ ਜਾਂ ਇੱਕ ਬਚਨ ਨਾਲ ਸੱਚੇ ਪਾਤਸ਼ਾਹ ਜੋ ਮਰਜ਼ੀ ਕਰ ਸਕਦੇ ਹਨ ਜੀ। ਇਹ ਸਮਰੱਥਤਾ ਕਹਾਂ ਛੁਪਾਈ, ਕਹਿੰਦੇ ਇੰਨੀ ਸਮਰੱਥਾ ਤੇ ਫਿਰ ਛੁਪ ਕੇ ਕਿੱਥੇ ਰਹਿੰਦੀ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਪਿਆਰਿਆਂ ਨੂੰ ਪ੍ਰਗਟ ਵੀ ਕਰਨਾ ਹੁੰਦਾ ਜੀ। ਅਨੇਕ ਹਿੱਤ ਤੇ ਹੋਏ ਬਿਦਤਾਈ, ਬਿਦਤਾਵੇਂ ਦਾ ਅਰਥ ਹੁੰਦਾ ਪ੍ਰਗਟ ਹੋਣਾ। ਮਹਾਰਾਜ ਸੱਚੇ ਪਾਤਸ਼ਾਹ ਆਪਣਾ ਆਪ ਕਦੇ ਵੀ ਨਹੀਂ ਦਿਖਾਉਂਦੇ ਪੰਜਵੇਂ ਪਾਤਸ਼ਾਹ, ਪਰ ਅਕਾਲ ਪੁਰਖ ਵਾਹਿਗੁਰੂ ਦਾ ਨਿਯਮ ਹੈ, ਇਸ ਕਰਕੇ ਉਹਨਾਂ ਦੀ ਵਡਿਆਈ ਪ੍ਰਗਟ ਹੋਣੀ ਹੈ ਜੀ। ਸਿੱਖ ਸੇਵਕ ਪਰਖੇ ਬਹੁ ਭਾਂਤੀ, ਕਹਿੰਦੇ ਸਿੱਖ ਸੇਵਕ ਜਿਹੜੇ ਨਾ ਮਹਾਰਾਜ ਜੀ ਅੱਗੇ ਅਰਦਾਸਾਂ ਕਰਦੇ ਨੇ, ਕਈ ਤਰੀਕਿਆਂ ਨਾਲ ਉਹਨਾਂ ਨੇ ਵੇਖ ਲਿਆ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਸਮਰੱਥਾ ਨੂੰ ਪਰਖ ਕੇ ਜੀ। ਸਭ ਘਟ ਘਟ ਕੀ ਜਾਣ ਹੈ ਬਾਤੀ, ਸਾਰੀਆਂ ਸਿੱਖ ਸੰਗਤਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹਰੇਕ ਦੇ ਹਿਰਦੇ ਦੀ ਜਾਣਦੇ ਨੇ। ਜੋ ਫੁਰਨਾ ਵੀ ਮਨ ਵਿੱਚ ਉੱਠਦਾ ਮਹਾਰਾਜ ਜੀ ਨੂੰ ਪਤਾ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਅਜਮਤ ਜੁਤ ਸਿੱਖ ਸਕੇਤਕ ਅਹੈ, ਕਹਿੰਦੇ ਸਾਰੇ ਸਿੱਖਾਂ ਨੇ ਜਾਣ ਲਿਆ ਵੀ ਗੁਰੂ ਸਾਹਿਬ ਜੀ ਪੂਰੀ ਕਲਾ ਦੇ, ਪੂਰੀ ਅਜਮਤ ਕਰਾਮਾਤ ਨੂੰ ਕਹਿੰਦੇ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਸਾਰੀਆਂ ਸ਼ਕਤੀਆਂ ਦੇ ਸਮੇਤ ਹਨ। ਗੁਰੂ ਸਰੂਪ ਹਿਰਦੈ ਸਬਲ ਹੈ, ਸਭ ਨੂੰ ਪਤਾ ਲੱਗ ਗਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਰੂਪ ਨੇ ਪੰਜਵੇਂ ਪਾਤਸ਼ਾਹ ਜੀ। ਕਰਹਿ ਬੰਦਨਾ ਸੇਵਹ ਪਾਸ, ਇਸੇ ਕਰਕੇ ਸਿੱਖ ਸੰਗਤਾਂ ਆਣ ਕੇ ਬੰਦਨਾ ਕਰਦੀਆਂ ਨੇ, ਕੋਲ ਰਹਿ ਕੇ ਸੇਵਾ ਕਰਦੇ ਹਨ। ਖੜੇ ਹੋਏ ਬੋਲੇ ਅਰਦਾਸ,
ਅਰਦਾਸ। ਤੇ ਫਿਰ ਮਹਾਰਾਜ ਜੀ ਦੇ ਅੱਗੇ ਖੜੇ ਹੋ ਕੇ ਅਰਦਾਸ ਕਰਦੇ, ਜਿਹਨੂੰ ਕੁਝ ਚਾਹੀਦਾ ਹੁੰਦਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰ ਤੋਂ। ਰਾਮਦਾਸ ਗੁਰ ਸੁਣਹਿ ਚਲਾਣਾ, ਕਿਉਂ ਜਿਨ੍ਹਾਂ ਨੇ ਸੁਣਿਆ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਹਨ। ਸੰਗਤ ਆਏ ਭੇਟ ਲੈ ਨਾਨਾ, ਬਹੁਤ ਸਾਰੀਆਂ ਸੰਗਤਾਂ ਭੇਟਾ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕਰਨ ਆ ਰਹੀਆਂ ਹਨ ਜੀ। ਦਰਸ਼ਨ ਕਰਹਿ ਭਾਵਨਾ ਪਾਵੈ, ਬਹੁਤ ਭਾਵਨਾ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ ਸਾਰੇ। ਗੁਣ ਗਣ ਗਾਵਤ ਸਦਨ ਸਦਾਵੈ, ਮਹਾਰਾਜ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਕੇ ਗੁਣ ਗਾਉਂਦੇ ਗਾਉਂਦੇ ਪੰਜਵੇਂ ਪਾਤਸ਼ਾਹ ਜੀ ਦੇ ਆਪੋ ਆਪਣੇ ਘਰਾਂ ਨੂੰ ਸਾਰੇ ਜਾਂਦੇ ਹਨ। ਦੇਸ਼ ਵਿਦੇਸ਼ਣ ਭੇ ਬਖਿਆਤ, ਕਹਿੰਦੇ ਦੇਸਾਂ ਪ੍ਰਦੇਸਾਂ ਵਿੱਚ ਪੰਜਵੇਂ ਪਾਤਸ਼ਾਹ ਜੀ ਦੀ ਵਡਿਆਈ ਪ੍ਰਗਟ ਹੋ ਰਹੀ ਦਿਨੋਂ ਦਿਨ ਜੀ। ਗਾਦੀ ਪਰ ਬੈਠੇ ਲਾਗੁ ਤਾਤ, ਸਭ ਨੂੰ ਪਤਾ ਲੱਗ ਗਿਆ ਦੂਰ ਦੂਰ ਤੱਕ ਕਿ ਗੱਦੀ ਉੱਤੇ ਮਹਾਰਾਜ ਚੌਥੇ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ, ਲੱਗ ਤਾਤ, ਲੱਗ ਹੁੰਦਾ ਛੋਟਾ, ਤਾਤ ਪੁੱਤਰ, ਚੌਥੇ ਪਾਤਸ਼ਾਹ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਗੱਦੀ ਉੱਤੇ ਬੈਠੇ ਨੇ। ਇਹ ਹੁਣ ਸਾਰੇ ਇਲਾਕੇ ਵਿੱਚ, ਪਿੰਡਾਂ ਵਿੱਚ, ਨਗਰਾਂ ਵਿੱਚ ਖਬਰ ਪਹੁੰਚਦੀ ਜਾਂਦੀ ਜੀ। ਸ਼੍ਰੀ ਨਾਨਕ ਕੀ ਜੋਤ ਬਲੰਦ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਵੱਡੀ ਜੋ ਜੋਤ ਹੈ। ਮਹਿਦ ਬਿਰਾਜਤ ਅਰਜਨ ਚੰਦ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵਿੱਚ ਬਰਾਜ ਰਹੀ ਹੈ ਇਸ ਵੇਲੇ ਉਹ ਜੋਤ। ਸਾਰੇ ਲੋਕਾਂ ਨੂੰ, ਭਾਵਨਾ ਵਾਲਿਆਂ ਨੂੰ ਪਤਾ ਲੱਗ ਗਿਆ ਜੀ। ਸ਼੍ਰੀ ਅੰਮ੍ਰਿਤਸਰ ਪਿਥਿਆ ਰਹਿਓ, ਉਧਰ ਅੰਮ੍ਰਿਤਸਰ ਵਿੱਚ ਪ੍ਰਿਥੀ ਚੰਦ ਰਹਿ ਰਿਹਾ ਹੈ। ਮੈਂ ਗੁਰ ਬਣਿਓ ਬਹੁਤ ਹੀ ਕਹਿਓ, ਬਹੁਤ ਲੋਕਾਂ ਨੂੰ ਆਖਿਆ, ਯਤਨ ਕੀਤੇ, ਮੈਂ ਗੁਰੂ ਬਣ ਗਿਆ, ਮੈਂ ਗੁਰੂ ਬਣ ਗਿਆ, ਮੈਂ ਵੱਡਾ ਹਾਂ, ਏਦਾਂ ਯਤਨ ਬਹੁਤ ਕੀਤੇ ਪ੍ਰਿਥੀ ਚੰਦ ਨੇ। ਤੋ ਨਾ ਪੂਜਾ ਕੋਏ ਚੜਾਵੇ, ਫਿਰ ਵੀ ਕਿਸੇ ਸਿੱਖ ਨੇ ਜਾ ਕੇ ਮੱਥਾ ਨਹੀਂ ਟੇਕਿਆ, ਕਿਸੇ ਨੇ ਪੂਜਾ ਨਹੀਂ ਕੀਤੀ ਪ੍ਰਿਥੀ ਚੰਦ ਦੀ। ਨਹੀਂ ਜਾਏ ਕਰ ਸੀਸ ਨਵਾਵੇ, ਕਿਸੇ ਨੇ ਜਾ ਕੇ ਸੀਸ ਨਹੀਂ ਨਵਾਇਆ, ਮੱਥਾ ਨਹੀਂ ਟੇਕਿਆ ਪ੍ਰਿਥੀ ਚੰਦ ਨੂੰ। ਬਹੁਤ ਬਸੂਰਤ ਕਰਤੇ ਉਪਾਏ, ਬਹੁਤ ਉਪਾਅ ਕੀਤੇ ਪਰ ਬੜਾ ਝੂਰਦਾ। ਬਸੂਰਤ ਦਾ ਅਰਥ ਹੁੰਦਾ ਝੂਰਨਾ। ਇੰਨੇ ਉਪਾਅ ਕਰਨ ਤੋਂ ਬਾਅਦ ਵੀ ਕੋਈ ਪੇਸ਼ ਨਹੀਂ ਗਈ, ਇਸ ਕਰਕੇ ਪ੍ਰਿਥੀ ਚੰਦ ਅੰਦਰੇ ਅੰਦਰ ਝੂਰੀ ਜਾਂਦਾ ਹੈ। ਸੰਗਤ ਪਰ ਕੁਛ ਬਸ ਨਾ ਬਸਾਏ, ਕਿਉਂਕਿ ਸੰਗਤ ਉੱਤੇ ਕੋਈ ਵਸ ਤੇ ਚੱਲਦਾ ਨਹੀਂ ਹੈਗਾ ਪ੍ਰਿਥੀ ਚੰਦ ਦਾ। ਸ਼੍ਰੀ ਅਰਜਨ ਜੀ ਗੋਇੰਦਵਾਲ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਵਿੱਚ ਹਨ। ਕੇਤਕ ਮਾਸ ਬਸੇ ਸੁਖ ਨਾਲ, ਕਈ ਮਹੀਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਹੀ ਰਹੇ ਹਨ ਜੀ। ਸ਼੍ਰੀ ਗੁਰ ਰਾਮਦਾਸ ਗੁਰਦਾਸ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪ੍ਰੇਮੀ ਸਿੱਖ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਸ਼ ਬੰਸ ਵਿੱਚੋਂ ਮਹਾਰਾਜ ਜੀ ਦੇ ਭਤੀਜੇ ਭਾਈ ਗੁਰਦਾਸ ਸਾਹਿਬ ਜੀ। ਬਠਿਓ ਆਗਰੇ ਸੰਗਤ ਪਾਸ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰੇਮੀ ਸਿੱਖ ਭਾਈ ਗੁਰਦਾਸ ਜੀ ਕੁਝ ਸਮੇਂ ਲਈ ਬਾਹਰ ਗਏ ਹੋਏ ਸਨ ਜੀ। ਸੋ ਪੀ ਤਿਆਰ ਹੋਏ ਚੱਲ ਪਰਿਓ, ਕਹਿੰਦੇ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਵਾਪਸ ਆਉਣ ਲੱਗੇ। ਸੁਣ ਪਰਲੋਕ ਪਿਆਨਾ ਕਰਿਓ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦਾ ਪਰਲੋਕ ਜਾਣਾ ਸੁਣਿਆ ਹੈ। ਗੁਰ ਦੇ ਜਨਦਾਨ ਬਹੁਤ ਤੇਰਾ, ਕਹਿੰਦੇ ਇਧਰ ਪੰਜਵੇਂ ਪਾਤਸ਼ਾਹ ਜੀ ਨੇ ਲੋੜਵੰਦਾਂ ਨੂੰ ਦੀ ਬਹੁਤ ਮਦਦ ਕੀਤੀ ਜੀ। ਜਾਚਕ ਤ੍ਰਿਪਤ ਕਰੇ ਤਿਸ ਬੇਰ, ਜਾਚਕ ਮੰਗਣ ਵਾਲੇ ਨੂੰ ਕਹਿੰਦੇ, ਮੰਗਤਿਆਂ ਨੂੰ ਕਹਿੰਦੇ, ਜਿੰਨੇ ਵੀ ਲੋੜਵੰਦ ਆਏ, ਮੰਗਣ ਵਾਲੇ ਆਏ, ਸਾਰਿਆਂ ਦੀ ਤ੍ਰਿਪਤੀ ਕਰਵਾ ਕੇ ਭੇਜਿਆ ਪੰਜਵੇਂ ਪਾਤਸ਼ਾਹ ਜੀ ਨੇ। ਕਲਪਤਰ ਅਨੁਮਾਨਤ ਕੋਈ, ਐਉਂ ਸਮਝ ਲਓ ਵੀ ਜਿਵੇਂ ਵਿਹੜੇ ਵਿੱਚ ਕਲਪ ਬ੍ਰਿਛ ਲੱਗਾ ਹੋਵੇ। ਕਲਪ ਬ੍ਰਿਛ ਤੇ ਇਹ ਕਾਮ ਧੇਨ ਗਊ ਚਿੰਤਾਮਣੀ ਕੁਝ ਐਸੀਆਂ ਚੀਜ਼ਾਂ ਮੰਨੀਆਂ ਗਈਆਂ ਨੇ ਭਈ ਜਿਹਦੇ ਕੋਲ ਹੋਣ ਉਹਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ। ਮਹਾਰਾਜ ਪੰਜਵੇਂ ਪਾਤਸ਼ਾਹ ਇਦਾਂ ਪਦਾਰਥ ਵੰਡ ਕੇ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਜਿਵੇਂ ਵਿਹੜੇ ਵਿੱਚ ਕੋਈ ਕਲਪ ਬ੍ਰਿਛ ਲੱਗਾ ਹੋਵੇ ਜੀ। ਗੋਇੰਦਵਾਲ ਨਿਕੜ ਜੇ ਗ੍ਰਾਮ, ਗੋਇੰਦਵਾਲ ਦੇ ਨੇੜੇ ਨੇੜੇ ਦੇ ਜਿੰਨੇ ਵੀ ਪਿੰਡ ਹਨ, ਸੁਣ ਜਾਚਕ ਆਏ ਤਜ ਧਾਮ, ਸਾਰੇ ਪਿੰਡਾਂ ਦੇ ਮੰਗਤਿਆਂ ਨੇ, ਲੋੜਵੰਦਾਂ ਨੇ ਜਦੋਂ ਸੁਣਿਆ ਕਿ ਪੰਜਵੇਂ ਪਾਤਸ਼ਾਹ ਗੁਰਤਾ ਗੱਦੀ ਦੇ ਸਿੰਘਾਸਨ ਤੇ ਸੁਭਾਏਮਾਨ ਹੋਏ, ਉਹ ਆਏ ਹਨ ਮਹਾਰਾਜ ਜੀ ਕੋਲੋਂ ਮੰਗਣ ਵਾਸਤੇ। ਮਨ ਬਾਸ਼ਤ ਸਭ ਲੈ ਕਰ ਗਮਨੇ, ਜਿਨ੍ਹਾਂ ਜਿਨ੍ਹਾਂ ਧਨ ਕਿਸੇ ਨੇ ਮੰਨਿਆ, ਮਨ ਭਾਉਂਦਾ ਧਨ ਲੈ ਕੇ ਪੰਜਵੇਂ ਪਾਤਸ਼ਾਹ ਜੀ ਕੋਲੋਂ ਗਏ ਹਨ। ਸਰਬ ਕਰਤ ਜਸ ਨਿਜ ਨਿਜ ਭਵਨੇ, ਕਹਿੰਦੇ ਸਭ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦਾ ਜਸ ਕਰਦੇ ਕਰਦੇ ਆਪੋ ਆਪਣੇ ਘਰਾਂ ਨੂੰ ਗਏ ਜੀ। ਹੇਤ ਪਿਤਾ ਬਹੁਦੀਨ ਸੁਦਾਨ, ਕਹਿੰਦੇ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜਿਵੇਂ ਖੁੱਲਾ ਵਰਤਦੇ ਸਨ, ਐਵੇਂ ਪੰਜਵੇਂ ਪਾਤਸ਼ਾਹ ਜੀ ਨੇ ਵੀ ਖੁੱਲਾ ਹੀ ਵਰਤਿਆ ਹੈ। ਕੀਰਤ ਪਸਰੀ ਬਿਦਤ ਜਹਾਨ, ਇਸ ਕਰਕੇ ਪੰਜਵੇਂ ਪਾਤਸ਼ਾਹ ਜੀ ਦੀ ਕੀਰਤੀ ਸਾਰੇ ਪਾਸੇ ਹੌਲੀ ਹੌਲੀ ਫੈਲ ਰਹੀ ਜੀ। ਪੁਨ ਸ਼੍ਰੀ ਅਰਜਨ ਹਿਰਦੈ ਵਿਚਾਰ, ਇੱਕ ਦਿਨ ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਹਿਰਦੇ 'ਚ ਵਿਚਾਰ ਇਦਾਂ ਕੀਤੀ ਜੀ। ਪਿਤਾ ਨਗਰ ਬਸਬੇ ਹਿਤ ਧਾਰ, ਮਨ 'ਚ ਸੋਚਿਆ ਵੀ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦਾ ਵਸਾਇਆ ਹੋਇਆ ਜਿਹੜਾ ਨਗਰ ਅੰਮ੍ਰਿਤਸਰ ਹੈ, ਸਾਨੂੰ ਚਾਹੀਦਾ ਹੁਣ ਉੱਥੇ ਚੱਲੀਏ। ਨਾਨਾ ਜੀ ਕੋ ਇਸ ਥਲ ਪਰਿਵਾਰ, ਕਿਉਂਕਿ ਇਹ ਇੱਥੇ ਸਾਡੇ ਨਾਨਾ ਜੀ ਦਾ ਪਰਿਵਾਰ ਰਹਿ ਰਿਹਾ ਹੈ ਗੋਇੰਦਵਾਲ ਵਿੱਚ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ। ਬਸੋ ਸੁਖੀ ਨਿਤ ਬਦੋ ਉਧਾਰ, ਸੋ ਇੱਥੇ ਉਹ ਦਾਤਾ ਸਰੂਪ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਸੁੱਖ ਨਾਲ ਵਸਦਾ ਪਿਆ ਹੈ। ਸਾਨੂੰ ਹੁਣ ਆਪਣੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਵਸਾਏ ਹੋਏ ਨਗਰ ਗੁਰੂ ਕੇ
ਕੇ ਚੱਕ ਵਿਖੇ ਜਾਣਾ ਚਾਹੀਦਾ ਹੈ। ਬਸ ਬੋ ਇਹਾਂ ਅਯੋਗ ਹਮਾਰੋ। ਜੇ ਬਹੁਤਾ ਸਮਾਂ ਅਸੀਂ ਇੱਥੇ ਰਹੀਏ ਤੇ ਚੰਗੀ ਗੱਲ ਨਹੀਂ ਹੈ। ਮਨ 'ਚ ਵਿਚਾਰ ਕੀਤੀ ਪੰਜਵੇਂ ਪਾਤਸ਼ਾਹ ਜੀ ਨੇ। ਸੰਗਤ ਦਿਨ ਪ੍ਰਤ ਆਏ ਹਜ਼ਾਰੋਂ, ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼-ਰੋਜ਼ ਸੰਗਤਾਂ ਆ ਰਹੀਆਂ ਹਨ। ਖੇਤ ਹੋਤ ਸਭ ਹੀ ਬਿਦ ਜਾਣਿਓ। ਤੇ ਇੰਨੀ ਵੱਡੀ ਗਿਣਤੀ 'ਚ ਸੰਗਤ ਆਉਣ ਕਰਕੇ ਫਿਰ ਸਾਡੇ ਨਾਨਾ ਜੀ ਦੇ ਪਰਿਵਾਰ ਨੂੰ ਖੇਚਲ ਪੈਂਦੀ ਹੈ, ਖੇਤ ਹੁੰਦਾ ਹੈ ਉਹਨਾਂ ਨੂੰ। ਚਰਨ ਸੁਧਾਸਰ ਕੋ ਹਿਤ ਠਾਨਿਓ। ਇਸ ਕਰਕੇ ਅੰਮ੍ਰਿਤਸਰ ਨੂੰ ਜਾਣਾ ਹੀ ਸਾਡਾ ਜਾਇਜ਼ ਹੈ। ਇਹ ਜਾਣ ਕੇ ਕੁਝ ਮਹੀਨਿਆਂ ਤੋਂ ਬਾਅਦ ਪੰਜਵੇਂ ਪਾਤਸ਼ਾਹ ਜੀ ਨੇ ਮਨ 'ਚ ਵਿਚਾਰ ਕੀਤੀ ਔਰ ਫੈਸਲਾ ਕਰ ਲਿਆ ਕਿ ਹੁਣ ਅੰਮ੍ਰਿਤਸਰ ਜਾਈਏ ਅਸੀਂ। ਮੋਹਣ ਅਪਰ ਮੋਹਰੀ ਸਾਥ। ਇਹ ਵਿਚਾਰ ਕੇ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪਣੇ ਮਾਮਾ ਬਾਬਾ ਮੋਹਣ ਜੀ, ਬਾਬਾ ਮੋਹਰੀ ਜੀ ਕੋਲ ਆਗਿਆ ਲੈਣ ਵਾਸਤੇ ਗਏ। ਨਮੋ ਠਾਨ ਸ੍ਰੀ ਅਰਜਨ ਨਾਥ। ਜਾ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਨਮਸਕਾਰ ਕੀਤੀ, ਕਿਉਂਕਿ ਵੱਡੇ ਥਾਂ ਤੇ ਸਨ, ਸਤਿਕਾਰ ਵਾਲੇ ਥਾਂ ਤੇ ਸਨ। ਉਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮੱਥਾ ਟੇਕਿਆ। ਕਹਿਓ ਪਿਤਾ ਕੀ ਆਸੇ ਮੋਹੇ। ਫਿਰ ਪੰਜਵੇਂ ਪਾਤਸ਼ਾਹ ਜੀ ਨੇ ਆਖਿਆ ਵੀ ਸਾਡੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀ ਏਦਾਂ ਆਗਿਆ ਸੀ ਸਾਨੂੰ, ਕਾਰ ਸੁਧਾਸਰ ਕਰ ਬੇਜੋ ਹੈ। ਅਸੀਂ ਅੰਮ੍ਰਿਤ ਸਰੋਵਰ ਦੀ ਕਾਰ ਕਰਵਾਉਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹੁਕਮ ਕੀਤਾ ਹੈ। ਤਹਾਂ ਪਹੁੰਚ ਹਮ ਚਾਹਤ ਕਰਾਈ। ਤੇ ਅਸੀਂ ਚਾਹੁੰਦੇ ਆ ਵੀ ਹੁਣ ਉੱਥੇ ਪਹੁੰਚ ਕੇ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਸ਼ੁਰੂ ਕਰੀਏ। ਇਮ ਕਹਿ ਮਾਤੁਲ ਆਗਿਆ ਪਾਈ। ਇਉਂ ਕਹਿ ਕੇ ਆਪਣੇ ਦੋਨਾਂ ਮਾਮਾ ਜੀ ਕੋਲੋਂ ਆਗਿਆ ਲੈ ਲਈ ਪੰਜਵੇਂ ਪਾਤਸ਼ਾਹ ਜੀ ਨੇ। ਤਿਆਰੀ ਕਰੀ ਸਗਲ ਸੰਗ ਮਿਲੇ। ਸਾਰੀ ਸੰਗਤ ਨੂੰ ਨਾਲ ਲੈ ਕੇ ਅੰਮ੍ਰਿਤਸਰ ਚੱਲਣ ਦੀ ਤਿਆਰੀ ਕੀਤੀ। ਪ੍ਰੇਮ ਨਾਲ ਸਾਰਿਆਂ ਨੂੰ ਮਿਲੇ ਹਨ ਜੀ। ਚੜ ਵਾਹਨ ਪਰ ਮਾਰਗ ਚਲੇ। ਸੱਚੇ ਪਾਤਸ਼ਾਹ ਜੀ ਆਪਣੀ ਸਵਾਰੀ ਉੱਤੇ ਸਵਾਰ ਹੋਏ ਤੇ ਅੰਮ੍ਰਿਤਸਰ ਨੂੰ ਚੱਲ ਪਏ। ਨਿਸ ਇੱਕ ਬਸ ਕੈ ਪੰਥ ਮਝਾਰ। ਇੱਕ ਰਾਤ ਮਹਾਰਾਜ ਜੀ ਨੇ ਰਸਤੇ ਵਿੱਚ ਬਤੀਤ ਕੀਤੀ ਜੀ। ਪਹੁੰਚਤ ਭਏ ਸਤਿਗੁਰੂ ਉਦਾਰ। ਫਿਰ ਦਾਤੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਪਹੁੰਚ ਗਏ ਨੇ ਅੰਮ੍ਰਿਤਸਰ ਵਿੱਚ। ਪਿਤਾ ਸਥਾਨ ਮਾਥ ਕੋ ਟੇਕਾ। ਜਿਹੜਾ ਪਿਤਾ ਜੀ ਦਾ ਸਥਾਨ ਗੁਰੂ ਕੇ ਮਹਿਲ ਗੁਰੂ ਰਾਮਦਾਸ ਸਾਹਿਬ ਜੀ ਨੇ ਬਣਾਇਆ, ਜਿੱਥੇ ਮਹਾਰਾਜ ਜੀ ਆਪ ਵਸਦੇ ਸਨ, ਉੱਥੇ ਜਾ ਕੇ ਸਭ ਤੋਂ ਪਹਿਲਾਂ ਚੌਥੇ ਪਾਤਸ਼ਾਹ ਜੀ ਜਿੱਥੇ ਬੈਠਦੇ ਸਨ, ਬਿਰਾਜਦੇ ਸਨ, ਉਸ ਜਗ੍ਹਾ ਨੂੰ ਮੱਥਾ ਟੇਕਿਆ ਜੀ। ਨਿਜ ਗ੍ਰਹਿ ਪ੍ਰਵੇਸ਼ੇ ਜਲਦ ਬਵੇਕ। ਆਪਣੇ ਗ੍ਰਹਿ ਜਿਹੜਾ ਗੁਰੂ ਰਾਮਦਾਸ ਸਾਹਿਬ ਜੀ ਨੇ ਬਣਾਇਆ ਸੀ ਆਪਣੇ ਲਈ ਰਹਿਣ ਲਈ, ਉਹ ਪੰਜਵੇਂ ਪਾਤਸ਼ਾਹ ਜੀ ਦਾ ਆਪਣਾ ਘਰ ਹੈ। ਉੱਥੇ ਜਾ ਕੇ ਵਿਸ਼ੇਸ਼ ਤੌਰ ਤੇ ਫਿਰ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਵਾਸਾ ਕਰ ਲਿਆ। ਅੱਗੇ ਵੀ ਇੱਕ ਦਿਨ ਸਾਧ ਸੰਗਤ ਜੀ ਇਹ ਬਚਨ ਆਇਆ ਸੀ ਕਿ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੇ ਸਥਾਨ ਨੂੰ ਚੌਥੇ ਪਾਤਸ਼ਾਹ ਜੀ ਨੇ ਚਬਾਰਾ ਸਾਹਿਬ ਜਾ ਕੇ ਨਮਸਕਾਰ ਕੀਤੀ। ਹੁਣ ਤੀਸਰੇ ਪਾਤਸ਼ਾਹ ਜੀ ਸਰੀਰ ਕਰਕੇ ਤਾਂ ਹੈਗੇ ਨਹੀਂ ਸਨ ਉੱਥੇ, ਪਰ ਸਥਾਨ ਨੂੰ ਨਮਸਕਾਰ ਕੀਤੀ। ਹੁਣ ਅੱਜ ਬਚਨ ਆ ਗਿਆ ਪੰਜਵੇਂ ਪਾਤਸ਼ਾਹ ਜੀ ਨੇ ਚੌਥੇ ਪਾਤਸ਼ਾਹ ਜੀ ਦੇ ਸਥਾਨ ਨੂੰ ਗੁਰੂ ਕੇ ਮਹਿਲ ਵਿਖੇ ਜਾ ਕੇ ਨਮਸਕਾਰ ਕੀਤੀ। ਇਹ ਮੈਂ ਤਾਂ ਬੇਨਤੀ ਕਰਨ ਲੱਗਾ, ਕਈ ਵਾਰ ਆਪਣੇ ਮਨ 'ਚ ਕਈ ਤਰ੍ਹਾਂ ਦੇ ਵਿਚਾਰ ਆ ਜਾਂਦੇ ਨੇ। ਇੱਕ ਵਾਰੀ ਮੈਨੂੰ ਉੱਥੇ ਇੰਗਲੈਂਡ ਕੁਝ ਗੁਰਮੁਖਾਂ ਨੇ ਪੁੱਛਿਆ ਸੀ, ਉਹ ਸੇਵਾ ਕਰਦੇ ਸੀ ਮਹਾਰਾਜ ਜੀ ਦੇ ਸੁਖਾਸਣ ਤੋਂ ਬਾਅਦ ਵਿਛਾਈ ਦੀ। ਤਾਂ ਉਹ ਕਹਿਣ ਲੱਗੇ ਭਾਈ ਸਾਹਿਬ ਜੀ ਆ ਦੇਖੋ ਜਿਹੜੀ ਸੰਗਤ ਆ ਰਹੀ ਹੈ, ਹੁਣ ਮਹਾਰਾਜ ਦਾ ਤਾਂ ਸੁਖਾਸਣ ਹੋ ਗਿਆ, ਗੁਰੂ ਸਾਹਿਬ ਜੀ ਸਥਾਪਨ ਹੋ ਗਏ ਸੱਚਖੰਡ, ਤੇ ਸੰਗਤਾਂ ਦੇਖੋ ਥੜੇ ਨੂੰ ਮੱਥਾ ਟੇਕੀ ਜਾਂਦੀਆਂ, ਬਈ ਤੁਸੀਂ ਇਹਨਾਂ ਨੂੰ ਮਨਾ ਕਰੋ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਗੁਰਮੁਖੋ ਇਹ ਕੋਈ ਪਾਪ ਤੇ ਕ੍ਰੈਤ ਨਹੀਂ ਕਰਦੇ ਪਏ। ਇਸੇ ਸਥਾਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰਾ ਦਿਨ ਸਭਾਏਮਾਨ ਰਹੇ ਨੇ, ਉਹਨਾਂ ਦਾ ਸੰਘਾਸਨ ਹੈ। ਇਸ ਸਥਾਨ ਤੇ ਗੁਰੂ ਸਾਹਿਬ ਜੀ ਦੀ ਤਾਬਿਆ ਤੋਂ ਬਿਨਾਂ ਕੋਈ ਬੰਦਾ ਚੌਂਕੜੀ ਮਾਰ ਕੇ ਨਹੀਂ ਬੈਠ ਸਕਦਾ, ਕਿਸੇ ਦੀ ਹਿੰਮਤ ਨਹੀਂ ਹੈਗੀ। ਤੁਸੀਂ ਵਿਛਾਈ ਕਰਦੇ ਪਏ ਜੇ, ਤੁਹਾਡੇ ਚੋਂ ਕੋਈ ਬੈਠ ਸਕਦਾ ਇੱਥੇ? ਉਦੋਂ ਹੀ ਬੈਠੇਗਾ ਜਦੋਂ ਪ੍ਰਕਾਸ਼ ਹੋ ਜਾਏਗਾ ਕੱਲ ਨੂੰ। ਇਹ ਮਹਾਰਾਜ ਦਾ ਸਥਾਨ ਹੈ। ਤੇ ਜੇ ਹੁਣ ਸੁਖਾਸਨ ਹੋ ਗਿਆ, ਜਿਹੜੀ ਸੰਗਤ ਹੁਣ ਬਾਅਦ ਵਿੱਚ ਆ ਰਹੀ, ਲੋਕ ਕੰਮਾਂ ਤੋਂ ਆ ਰਹੇ ਨੇ, ਜੇ ਮਹਾਰਾਜ ਜੀ ਦੇ ਅਸਥਾਨ ਨੂੰ ਮੱਥਾ ਟੇਕਦੇ ਪਏ, ਕੀ ਗਲਤ ਹੈ ਦੱਸੋ? ਫਿਰ ਉਹਨਾਂ ਨੂੰ ਮੈਂ ਦੱਸਿਆ, ਮੈਂ ਕਿਹਾ ਜਦੋਂ ਅੰਮ੍ਰਿਤਸਰ ਆਪਾਂ ਜਾਂਦੇ ਨਾ, ਤੁਸੀਂ ਕਦੇ ਗਏ ਨਹੀਂ, ਅਸੀਂ ਰਹਿ ਕੇ ਦੇਖਿਆ, ਸਵਾਰੀ 5 ਵਜੇ ਤੁਰਦੀ ਹੈ ਕੋਠਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਪਰ ਆਸਾ ਦੀ ਵਾਰ ਪਹਿਲਾਂ ਸ਼ੁਰੂ ਹੋ ਜਾਂਦੀ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਸੰਗਤ ਉੱਥੇ ਬੈਠੀ, ਔਰ ਜਿਹੜੀ ਸੰਗਤ ਬਹਿੰਦੀ ਆ ਮੱਥਾ ਟੇਕ ਕੇ ਬਹਿੰਦੀ ਹੈ, ਉਦਾਂ ਆਣ ਕੇ ਨਹੀਂ ਬਹਿੰਦਾ ਕੋਈ। ਔਰ ਕੀਰਤਨ ਵੀ ਹੋ ਰਿਹਾ ਹੁੰਦਾ ਬਿਨਾਂ ਪ੍ਰਕਾਸ਼ ਹੋਏ ਤੋਂ। ਹਲੇ ਸਵਾਰੀ 5 ਵਜੇ ਆਉਣੀ ਹੈ, ਪਰ ਆਸਾ ਦੀ ਵਾਰ ਪਹਿਲਾਂ ਦੁਪਹਿਰੇ ਦੀ ਚੌਂਕੀ ਲੱਗਦੀ, ਫਿਰ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੁੰਦਾ ਹੈ। ਉਹ ਸੰਗਤ ਮਹਾਰਾਜ ਜੀ ਦੇ ਹਜੇ ਤਾਂ ਮਹਾਰਾਜ ਜੀ ਦੀ ਸਵਾਰੀ ਆਈ ਨਹੀਂ, ਪਰ ਮੱਥਾ ਟੇਕ ਰਹੀ ਹੈ ਨਾ ਸਾਰੀ, ਕਿਉਂਕਿ ਗੁਰੂ ਸਾਹਿਬ ਜੀ ਦਾ ਪਵਿੱਤਰ ਸਥਾਨ ਹੈ ਉਹ ਗੁਰਮੁਖੋ। ਗੁਰੂ ਸਾਹਿਬ ਤਾਂ ਗੁਰੂ ਸਾਹਿਬ ਹੀ ਨੇ, ਸੁਭਾਏਮਾਨ ਹੋਣ ਜਾਂ ਨਾ, ਉਹਨਾਂ ਦੇ ਸੰਘਾਸਨ ਤੇ ਕੋਈ ਬੈਠ ਨਹੀਂ ਸਕਦਾ। ਉਹਨਾਂ ਦੇ ਸੰਘਾਸਨ ਨੂੰ, ਉਹਨਾਂ ਦੇ ਸਥਾਨ ਨੂੰ ਮੱਥਾ ਟੇਕਣਾ ਕੋਈ ਕ੍ਰੈਤ ਨਹੀਂ ਹੁੰਦੀ। ਇਹ ਜਿਹੜੀ ਤੁਸੀਂ ਆਪਣੇ ਮਨ 'ਚ ਖੁਸ਼ਕੀ ਲੈ ਲਈ ਹੈ ਨਾ, ਭਈ ਉਹ ਆ ਵੇਖੋ ਜੀ ਲੋਕ ਹੁਣ ਮਹਾਰਾਜ ਦਾ ਪ੍ਰਕਾਸ਼ ਹੋਇਆ ਥੜੇ ਨੂੰ ਮੱਥਾ ਟੇਕੀ ਜਾਂਦੇ। ਕਿਸੇ ਥੜੇ ਨੂੰ ਕਦੀ ਕੋਈ ਮੱਥਾ ਨਹੀਂ ਟੇਕਦਾ, ਸਿਰਫ ਉਸ ਸੰਘਾਸਨ ਨੂੰ ਮੱਥਾ ਟੇਕਿਆ ਜਾਵੇਗਾ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ। ਬਾਕੀ ਥੜੇ ਤੇ ਹਜ਼ਾਰਾਂ ਨੇ ਦੁਨੀਆ ਤੇ, ਪਾਰਕਾਂ ਵਿੱਚ ਵੀ ਬਣੇ ਹੁੰਦੇ, ਕਦੀ ਦੇਖਿਆ ਕਿਸੇ ਨੇ ਮੱਥਾ ਟੇਕਦਾ? ਇਸ ਕਰਕੇ ਖੁਸ਼ਕੀ ਆਪਣੇ ਅੰਦਰੋਂ ਛੱਡੋ। ਜਿਹੜੀ ਸੰਗਤ ਬਾਅਦ ਵਿੱਚ ਆਉਂਦੀ ਹੈ, ਫਿਰ ਦੂਸਰੀ ਗੱਲ, ਜੇ ਤੇ ਸੁਖਾਸਨ ਵਾਲਾ ਸਥਾਨ ਹੋਵੇ ਨੇੜੇ ਤਾਂ ਸੰਗਤ ਉੱਥੇ ਮੱਥਾ ਟੇਕੇ, ਪਰ ਤੁਸੀਂ ਤਾਂ ਉੱਪਰ ਮਹਾਰਾਜ ਜੀ ਦਾ ਹੁਣ ਸਥਾਪਨ ਕਰਤਾ ਤੇ ਲੋਕ ਲਾ ਦਿੱਤਾ, ਸੰਗਤ ਕਿੱਥੇ ਜਾਵੇਗੀ? ਸੰਗਤ ਨੇ ਉਸ ਸਥਾਨ ਨੂੰ ਹੀ ਮੱਥਾ ਟੇਕਣਾ, ਕਿਉਂਕਿ ਗੁਰੂ ਸਾਹਿਬ ਦਾ ਸਥਾਨ ਹੈ। ਔਰ ਉਹ ਸਥਾਨ ਹਮੇਸ਼ਾ ਪਵਿੱਤਰ ਹੁੰਦਾ।
ਜੇ ਮਹਾਰਾਜ ਨੇ ਆਖਿਆ ਲਿੱਠੇ ਸੱਬੇ ਥਾਵ ਨਹੀਂ ਤੁਧ ਜਿਹਾ, ਤੇ ਉਹ ਉਸ ਅਸਥਾਨ ਦੇ ਕਰਕੇ ਆਖਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤੇ ਮਹਾਨਤਾ ਤਿੰਨਾਂ ਯੁੱਗਾਂ 'ਚ ਸਦਾ ਹੀ ਹੈ, ਪਰ ਜਿਹੜਾ ਸਥਾਨ ਮਹਾਰਾਜ ਨੇ ਆਪਣੇ ਹੱਥੀਂ ਰਚ ਦਿੱਤਾ ਉਹਦੀ ਵੀ ਮਹਾਨਤਾ ਓਨੀ ਹੈ ਗੁਰਮੁਖੋ। ਇਹ ਨਹੀਂ ਵੀ ਮਹਾਰਾਜ ਦਾ ਪ੍ਰਕਾਸ਼ ਹੁਣ ਇੱਥੋਂ ਚਲੇ ਗਿਆ ਤੇ ਮੁੜ ਕੇ ਆਪਾਂ ਉਸ ਸਥਾਨ ਤੇ ਨੱਚਦੇ ਟੱਪਦੇ ਫਿਰੀਏ ਤੇ ਬੇਅਦਬੀ ਕਰੀਏ, ਇਦਾਂ ਤਾਂ ਨਹੀਂ ਹੋ ਸਕਦਾ ਕਦੇ ਵੀ। ਮਹਾਰਾਜ ਦਾ ਸਿੰਘਾਸਨ ਹੈ ਤੇ ਸਿਰਫ ਮਹਾਰਾਜ ਦਾ ਹੀ ਸਿੰਘਾਸਨ ਹੈ। ਉੱਥੋਂ ਹੀ ਮਹਾਰਾਜ ਉੱਠ ਕੇ ਗਏ ਨੇ ਔਰ ਉੱਥੇ ਹੀ ਸਵੇਰੇ ਆਉਣਗੇ ਅੰਮ੍ਰਿਤ ਵੇਲੇ। ਇਸ ਕਰਕੇ ਇਹ ਕੋਈ ਕਰਹਿਤ ਨਹੀਂ ਹੁੰਦੀ, ਕੋਈ ਪਾਪ ਨਹੀਂ ਹੁੰਦਾ। ਚੌਥੇ ਪਾਤਸ਼ਾਹ ਜੀ ਨੇ ਤੀਸਰੇ ਪਾਤਸ਼ਾਹ ਜੀ ਦੇ ਸਥਾਨ ਨੂੰ ਜਾ ਕੇ ਚੁਬਾਰਾ ਸਾਹਿਬ ਮੱਥਾ ਟੇਕਿਆ ਸੀ, ਔਰ ਪੰਜਵੇਂ ਪਾਤਸ਼ਾਹ ਜੀ ਨੇ ਗੁਰੂ ਕੇ ਮਹਿਲ ਜਾ ਕੇ ਚੌਥੇ ਪਾਤਸ਼ਾਹ ਜੀ ਦੇ ਸਥਾਨ ਨੂੰ ਮੱਥਾ ਟੇਕਿਆ। ਇਹ ਭਾਵਨਾ ਦੀ ਗੱਲ ਹੁੰਦੀ ਹੈ। ਇਹ ਕੋਈ ਬਿਨਾਂ ਵਜ੍ਹਾ ਦੀ ਖੁਸ਼ਕੀ ਜਾਂ ਇਹਨੂੰ ਕੋਈ ਆਪਾਂ ਕੱਟੜਤਾ ਨਹੀਂ ਕਹਿ ਸਕਦੇ, ਸਮਝਣਾ ਪੈਂਦਾ ਗੱਲ ਨੂੰ। ਠੀਕ ਹੈ, ਐਵੇਂ ਥਾਵਾਂ ਥਾਵਾਂ ਤੇ ਮੱਥੇ ਟੇਕਣੇ ਸਿੱਖ ਨੂੰ ਸ਼ੋਭਦੇ ਹੀ ਨਹੀਂ, ਨਾ ਉਹ ਸਿੱਖ ਖਵਾ ਹੀ ਸਕਦਾ ਹੈ। ਪਰ ਗੁਰੂ ਸਾਹਿਬ ਦੇ ਸਥਾਨ ਨੂੰ ਮੱਥਾ ਟੇਕਣਾ ਇਹ ਸਿੱਖ ਦਾ ਫਰਜ਼ ਹੈ, ਤੇ ਜੇ ਉੱਥੇ ਵੀ ਮੱਥਾ ਨਾ ਟੇਕੇ ਤੇ ਤਾਂ ਵੀ ਉਹ ਸਿੱਖ ਨਹੀਂ ਜੇ ਹੈਗਾ। ਐਵੇਂ ਆਪਣੇ ਆਪ ਵਿੱਚ ਜਿਵੇਂ ਮਰਜ਼ੀ ਬਣਿਆ ਫਿਰੇ ਵੀ ਲਓ ਜੀ ਮੈਂ ਬੜਾ ਜੀ ਮੈਂ ਬਹੁਤਾ ਚਲੋ ਆਪਾਂ ਹੁਣ ਨਹੀਂ ਕਹਿੰਦੇ, ਪਰ ਇਸ਼ਾਰਾ ਮਾਤਰ ਤੁਸੀਂ ਸਮਝੋ ਮਹਾਰਾਜ ਜੀ ਦਾ ਸਥਾਨ ਸਦਾ ਲਈ ਪਵਿੱਤਰ ਹੁੰਦਾ ਗੁਰਮੁਖੋ। ਜਿੱਥੇ ਜਾਏ ਬਹੈ ਮੇਰਾ ਸਤ ਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰੂ ਸਾਹਿਬ ਜੀ ਦੇ ਆਪਣੇ ਬਚਨ, ਜਿੱਥੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਵਾਰ ਸੁਭਾਏਮਾਨ ਹੋਏ, ਚੌਂਕੜਾ ਮਾਰ ਕੇ ਬੈਠ ਗਏ, ਉਹ ਧਰਤੀ ਸਦਾ ਲਈ ਪੂਜਨੀਕ ਹੈ ਗੁਰਮੁਖੋ। ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਉੱਤੇ ਹੋਈ। ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਪਏ ਹਰਿਆਵਲੇ, ਜਿਹਨੇ ਮੇਰਾ ਸਤਿਗੁਰੂ ਦੇਖਿਆ ਜਾਏ। ਕਹਿੰਦੇ ਤੇ ਧਰਤੀ ਭਾਗਾਂ ਵਾਲੀ ਹੋ ਜਾਂਦੀ ਗੁਰਮੁਖੋ, ਉਹ ਸਥਾਨ ਪਵਿੱਤਰ ਹੋ ਜਾਂਦਾ। ਇਸ ਕਰਕੇ ਇਦਾਂ ਦੀ ਜਿਹੜੀ ਬਦੋ ਬਦੀ ਦੀ ਖੁਸ਼ਕੀ ਹੈ ਨਾ, ਇਹਦੇ ਤੋਂ ਬਚਣਾ ਹੁੰਦਾ। ਇਸ ਕਰਕੇ ਥੋੜੀ ਬੇਨਤੀ ਕੀਤੀ ਜੀ। ਬਸਣ ਲੱਗੇ ਸ਼੍ਰੀ ਅੰਮ੍ਰਿਤਸਰ ਮੈਂ, ਉਸ ਸਥਾਨ ਤੇ ਨਮਸਕਾਰ ਕਰਕੇ ਤੇ ਫਿਰ ਉਹ ਗੁਰੂ ਕੇ ਮਹਿਲ ਨੇ ਜਿੱਥੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉੱਥੇ ਵਸਣ ਲੱਗ ਪਏ ਹਨ। ਸਿਮਰਹਿ ਸਤਿਗੁਰ ਆਗਿਆ ਔਰ ਮੈਂ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜੋ ਆਗਿਆ ਕੀਤੀ ਸੀ ਉਹਨਾਂ ਨੂੰ ਸੱਚਖੰਡ ਜਾਣ ਤੋਂ ਪਹਿਲਾਂ ਉਹਨੂੰ ਚੇਤੇ ਕਰਦੇ ਹਨ ਪੰਜਵੇਂ ਪਾਤਸ਼ਾਹ ਜੀ। ਸੰਗਤ ਸਗਲ ਆਏ ਕਰ ਪਾਸ, ਬਹੁਤ ਸਾਰੀ ਸੰਗਤ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਕੋਲ ਆਉਂਦੀ ਹੈ। ਅਰਪਹਿ ਭੇਟਾ ਕਰਹਿ ਅਰਦਾਸ, ਜਿਵੇਂ ਗੋਇੰਦਵਾਲ ਸਾਹਿਬ ਮਹਾਰਾਜ ਜੀ ਨੂੰ ਨਮਸਕਾਰਾਂ ਕਰਦੇ ਤੇ ਅਰਦਾਸਾਂ ਕਰਦੇ ਸਨ, ਏਦਾਂ ਹੀ ਹੁਣ ਅੰਮ੍ਰਿਤਸਰ ਗੁਰੂ ਕੇ ਮਹਿਲ ਵਿਖੇ ਪੰਜਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਸੰਗਤ ਆਉਂਦੀ ਹੈ, ਨਮਸਕਾਰ ਕਰਦੀ ਹੈ ਜੀ। ਨਗਰ ਆਗਰੇ ਤੇ ਕਰ ਬਾਸ, ਕਹਿੰਦੇ ਭਾਈ ਗੁਰਦਾਸ ਸਾਹਿਬ ਜੀ ਜਿਹੜੇ ਬਾਹਰ ਗਏ ਹੋਏ ਸਨ, ਸੰਗਤ ਬ੍ਰਿੰਦ ਸੰਗ ਗੁਰਦਾਸ, ਬਹੁਤ ਸਾਰੀ ਸੰਗਤ ਨੂੰ ਲੈ ਕੇ ਭਾਈ ਗੁਰਦਾਸ ਸਾਹਿਬ ਜੀ ਵਾਪਸ ਆਏ ਹਨ ਜੀ। ਗੁਰ ਦਰਸ਼ਨ ਕੇ ਕਾਰਨ ਆਵਤ, ਸਾਰੀ ਸੰਗਤ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੀ ਹੈ। ਪ੍ਰੇਮ ਸਹਿਤ ਸ਼ਬਦਨ ਕੋ ਗਾਵਤ, ਤੇ ਆਉਂਦਿਆਂ ਆਉਂਦਿਆਂ ਕੋਈ ਗੱਲਾਂ ਬਾਤਾਂ ਨਹੀਂ ਵਾਧੂ ਦੀਆਂ ਕਰਦੇ, ਪ੍ਰੇਮ ਸਹਿਤ ਸ਼ਬਦ ਗਾਉਂਦੇ ਗਾਉਂਦੇ ਆ ਰਹੇ ਹਨ ਗੁਰੂ ਕੇ ਸਿੱਖ। ਸੰਗਤ ਮਿਲਹਿ ਕੀਰਤਨ ਕਰੈ, ਸਾਰੀ ਸੰਗਤ ਮਿਲ ਕੇ ਕੀਰਤਨ ਕਰਦੀ ਹੈ, ਮਹਾਰਾਜ ਜੀ ਦੇ ਗੁਣ ਗਾਉਂਦੀ ਹੈ। ਸ਼ਰਮਤ ਹੋਏ ਟਿਕ ਹੈ ਨਿਸ ਪਰੇ, ਸ਼ਰਮਤ ਹੁੰਦਾ ਥਕੇਵਾਂ, ਜਦੋਂ ਥੱਕ ਜਾਂਦੀ ਹੈ ਰਾਤ ਵਿਸ਼ਰਾਮ ਕਰ ਲੈਂਦੀ ਸੰਗਤ। ਪ੍ਰਥਮ ਜਾਮ ਔਰ ਪਾਸ਼ਲ ਜਾਮ, ਪਹਿਲੇ ਪੈਰ ਔਰ ਪਿਛਲੇ ਪੈਰ ਦੋਨੋਂ ਸਮੇਂ, ਸਵੇਰੇ ਸਵੇਰੇ ਔਰ ਸ਼ਾਮ ਨੂੰ। ਗਾਵਤ ਸੰਗਤ ਕੀਰਤਨਾ, ਕਹਿੰਦੇ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਗਾਉਂਦੀ, ਕੀਰਤਨ ਹੁੰਦਾ ਪਹਿਲੇ ਪੈਰ ਵੀ ਔਰ ਸ਼ਾਮ ਦੇ ਪੈਰ ਵੀ। ਹਾਲਾਂਕਿ ਸੰਗਤ ਆ ਰਹੀ ਹੈ ਮਹਾਰਾਜ ਦੇ ਦਰਸ਼ਨ ਕਰਨ, ਪਰ ਜਿੱਥੇ ਸ਼ਾਮ ਪੈ ਜਾਂਦੀ ਉੱਥੇ ਹੀ ਗੁਰੂ ਜਸ ਕਰ ਲੈਂਦੇ ਹਨ। ਪੰਥ ਚਲਤ ਮਿਲ ਕੀਰਤਨ ਕਰੈ, ਕਹਿੰਦੇ ਉਹ ਰਸਤੇ ਵਿੱਚ ਚੱਲਦੇ ਚੱਲਦੇ ਕੀਰਤਨ ਕਰਦੇ ਕਰਦੇ ਹੀ ਆ ਰਹੇ ਹਨ ਜੀ। ਸਤਿਗੁਰ ਪ੍ਰੇਮ ਮਹਾ ਔਰ ਧਰੈ, ਮਹਾਰਾਜ ਜੀ ਦੇ ਚਰਨਾਂ ਦਾ ਬਹੁਤ ਪ੍ਰੇਮ ਹਿਰਦੇ ਵਿੱਚ ਹੈ ਸਾਰਿਆਂ ਦੇ। ਇਮ ਦਿਨ ਪ੍ਰਤ ਸੰਗਤ ਚਲ ਆਵਤ, ਇਉਂ ਨਿਤਾ ਪ੍ਰਤੀ ਸੰਗਤ ਆ ਰਹੀ ਮਹਾਰਾਜ ਜੀ ਦੇ ਸਥਾਨ ਵੱਲ ਨੂੰ। ਮੁਖ ਗੁਰਦਾਸ ਸਭਨ ਹਰਖਾਵਤ, ਸਾਰਿਆਂ ਵਿੱਚ ਮੁਖੀ ਭਾਈ ਗੁਰਦਾਸ ਜੀ ਹਨ, ਜਿਹੜੇ ਸਾਰਿਆਂ ਨੂੰ ਪ੍ਰਸੰਨ ਕਰਕੇ ਲੈ ਕੇ ਆ ਰਹੇ ਹਨ। ਈਰ ਵਿਪਾਸਾ ਕੇ ਤਬ ਆਏ, ਇਉਂ ਚਲਦੀ ਚਲਦੀ ਸੰਗਤ ਗੋਇੰਦਵਾਲ ਨਗਰ ਦੇ ਦੂਸਰੇ ਪਾਸੇ ਬਿਆਸ ਦਰਿਆ ਦੇ ਕਿਨਾਰੇ ਤੇ ਪਹੁੰਚ ਗਈ, ਤੇ ਜਦੋਂ ਪਹੁੰਚੀ ਸ਼ਾਮਾਂ ਪੈ ਗਈਆਂ ਸਨ ਜੀ। ਜਲ ਗੰਭੀਰ ਫਾਹਾ ਨਹਿ ਪਾਏ, ਕਹਿੰਦੇ ਬਹੁਤ ਜ਼ਿਆਦਾ ਦਰਿਆ ਚੜਿਆ ਹੋਇਆ ਸੀ ਉਸ ਦਿਨ ਬਿਆਸ ਦਰਿਆ। ਜਦੋਂ ਭਾਈ ਗੁਰਦਾਸ ਜੀ ਸੰਗਤ ਨੂੰ ਲੈ ਕੇ ਕਿਨਾਰੇ ਤੇ ਆਏ ਤਾਂ ਨਿਕਟ ਤਰੀ ਨਹਿ ਉਤਰਹਿ ਪਾਰ, ਉਸ ਵੇਲੇ ਜਿਹੜੇ ਪੱਤਣ ਤੇ ਬੇੜੀਆਂ ਵਾਲੇ ਸਨ ਉਹ ਆਪੋ ਆਪਣੀਆਂ ਬੇੜੀਆਂ ਬੰਨ ਕੇ ਤੇ ਘਰਾਂ ਨੂੰ ਜਾ ਚੁੱਕੇ ਸਨ, ਕਿਉਂਕਿ ਸ਼ਾਮਾਂ ਪੈ ਗਈਆਂ ਸਨ ਤੇ ਪਾਰ ਉੱਤਰ ਜਾਣ ਦਾ ਕੋਈ ਸਾਧਨ ਹੈ ਨਹੀਂ ਸੀ ਜੀ। ਠਾਂਡੇ ਹੇਰ ਹੈ ਨਦੀ ਕਿਨਾਰ, ਕਹਿੰਦੇ ਨਦੀ ਦੇ ਕਿਨਾਰੇ ਖੜੇ ਹੋ ਕੇ ਸੰਗਤਾਂ ਦੇ ਨਾਲ ਭਾਈ ਗੁਰਦਾਸ ਜੀ ਨੇ ਝਾਤੀ ਮਾਰੀ ਨਦੀ ਵੱਲੇ। ਬਸ ਹੈ ਜਾਮਨੀ ਜੇ ਸਥਾਨ, ਹੁਣ ਵਿਚਾਰ ਕੀਤੀ ਵੀ ਇਹ ਸਾਰੇ ਮਲਾਹ ਚਲੇ ਗਏ ਨੇ
ਇਹਦਾ ਮਤਲਬ ਹੈ ਕਿ ਹੁਣ ਗੋਂਦਵਾਲ ਦਿਖਾਈ ਦੇ ਰਿਹਾ ਪਰਲੇ ਬੰਨੇ, ਪਰ ਅਸੀਂ ਜਾ ਨਹੀਂ ਸਕਦੇ, ਸਾਰੀ ਰਾਤ ਇੱਥੇ ਰਹਿਣਾ ਪਵੇਗਾ। ਆਵਹਿ ਨੌਕਾ ਪ੍ਰਾਤੀ ਜਾਨ, ਕਿਉਂਕਿ ਬੇੜੀਆਂ ਵਾਲੇ ਤਾਂ ਹੁਣ ਦਿਨੇ ਆਉਣਗੇ ਜਦੋਂ ਪ੍ਰਭਾਤ ਵੇਲਾ ਹੋਵੇਗਾ। ਸਗਲ ਬਸਤੇ ਰਹੇ ਔਖਿਆਈ, ਤੇ ਕਹਿੰਦੇ ਜੇ ਸਾਰੀ ਸੰਗਤ ਸਮੇਤ ਇੱਥੇ ਰਾਤ ਕੱਟਾਂਗੇ ਤੇ ਸਾਰੀਆਂ ਵਸਤੂਆਂ ਕਰਕੇ ਹੁਣ ਪਹੁੰਚ ਵੀ ਗਏ ਗੋਂਦਵਾਲ, ਪਰ ਦਰਿਆ ਪਾਰ ਨਹੀਂ ਕਰ ਸਕਦੇ, ਪਰੇਸ਼ਾਨੀ ਆਵੇਗੀ। ਸੰਗਤ ਸਗਰੀ ਸ਼ਰਮ ਕੋ ਪਾਈ, ਕਿਉਂਕਿ ਸੰਗਤ ਸਾਰੀ ਥੱਕੀ ਹੋਈ ਹੈ। ਇਹ ਵਿਚਾਰਤ ਔਰ ਗੁਰਦਾਸ, ਇਹ ਵਿਚਾਰ ਕੀਤੀ ਭਾਈ ਗੁਰਦਾਸ ਜੀ ਨੇ ਆਪਣੇ ਅੰਦਰ। ਇੱਕ ਸਿੱਖ ਪਠਤ ਹੁਤੋ ਥਿਤ ਪਾਸ, ਉਸ ਵੇਲੇ ਸਿੱਖ ਇੱਕ ਗੁਰਮੁਖ ਪਿਆਰਾ ਗੁਰੂ ਕੀ ਬਾਣੀ ਦਾ ਸ਼ਬਦ ਪੜਦਾ ਪਿਆ ਸੀ, ਜਿਹੜਾ ਭਾਈ ਗੁਰਦਾਸ ਜੀ ਦੇ ਕੰਨੀ ਪਿਆ ਜੀ। ਗੁਰ ਕਾ ਬਚਨ ਬਸੈ ਜੀ ਨਾਲੇ, ਗੁਰ ਕਾ ਬਚਨ ਬਸੈ ਜੀ ਨਾਲੇ। ਇਹ ਆਓ ਸਾਰੀ ਸੰਗਤ ਹੀ ਰਸਨਾ ਪਵਿੱਤਰ ਕਰੋ, ਕਿਉਂਕਿ ਸ਼ਬਦ ਗੁਰੂ ਕੀ ਬਾਣੀ ਦਾ ਆ ਗਿਆ ਔਰ ਇਸ ਸ਼ਬਦ ਦਾ ਮਹਾਤਮ ਵੀ ਆਪਾਂ ਨੂੰ ਪਤਾ ਲੱਗ ਜਾਵੇਗਾ। ਗੁਰਮੁਖਾਂ ਦੇ ਮਗਰ ਬੋਲੋ ਜੀ। ਗੁਰ ਕਾ ਬਚਨ ਬਸੈ ਜੀ ਨਾਲੇ, ਗੁਰ ਕਾ ਬਚਨ ਬਸੈ ਜੀ ਨਾਲੇ। ਗੁਰ ਕਾ ਬਚਨ ਬਸੈ ਜੀ ਨਾ, ਗੁਰ ਕਾ ਜਲ ਨਹੀਂ ਡੂਬੈ ਤਸ ਕਰ ਨਹੀਂ ਲੇਵੈ, ਪਾਹੇ ਨ ਸਕੈ ਜਾਲੇ, ਗੁਰ ਕਾ ਬਚਨ ਬਸੈ ਜੀ ਨਾਲੇ। ਪੜੋ ਪੜੋ ਵਾਹਿਗੁਰੂ ਜੀ। ਜਦੋਂ ਸਿੱਖ ਨੇ ਇਹ ਸ਼ਬਦ ਪੜਿਆ ਤਾਂ ਭਾਈ ਗੁਰਦਾਸ ਜੀ ਨੇ ਜਦੋਂ ਸੁਣਿਆ ਇਹ ਪਵਿੱਤਰ ਸ਼ਬਦ ਤਾਂ ਜੀ ਰਹਾਉ ਚੌਪਈ ਬਿਨ ਗੁਰਦਾਸ ਵਿਚਾਰਤ ਹਿਰਦੈ, ਇਸ ਸ਼ਬਦ ਦੀਆਂ ਪੰਕਤੀਆਂ ਨੂੰ ਜਦੋਂ ਭਾਈ ਗੁਰਦਾਸ ਜੀ ਨੇ ਸੁਣਿਆ ਤੇ ਆਪਣੇ ਹਿਰਦੇ ਵਿੱਚ ਵਿਚਾਰ ਕੀਤੇ। ਗੁਰ ਸਮਝਾਏ ਨਾ ਡੂਬਹਿ ਕਦੇ, ਇਸ ਸ਼ਬਦ ਵਿੱਚ ਗੁਰੂ ਸਾਹਿਬ ਜੀ ਨੇ ਸਮਝਾ ਦਿੱਤਾ, ਗੁਰਮਖੋ ਜਿਹੜਾ ਸ਼ਬਦ ਦਾ ਆਸਰਾ ਲਵੇ ਉਹ ਕਦੀ ਵੀ ਡੁੱਬ ਨਹੀਂ ਸਕਦਾ, ਸੰਸਾਰ ਸਮੁੰਦਰ 'ਚ ਵੀ ਨਹੀਂ ਡੁੱਬ ਸਕਦਾ। ਗੁਰ ਕਾ ਬਚਨ ਬਸੈ ਜੀ ਨਾਲੇ, ਗੁਰੂ ਦਾ ਬਚਨ ਗੁਰਮਖੋ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ 'ਚ ਵਸ ਜਾਂਦਾ ਹੈ, ਜਿਨ੍ਹਾਂ ਦੀ ਜਿੰਦ ਨਾਲ ਵਸਦਾ ਹੈ। ਜਲ ਨਹੀਂ ਡੁੱਬਿਆ ਤਸਕਰ ਨਹੀਂ ਲੇਵੈ, ਭਾਹੇ ਨਾ ਸਕੈ ਜਾਲੇ। ਕਹਿੰਦੇ ਉਹਨੂੰ ਜਲ ਡੁੱਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ, ਕੋਈ ਤਸਕਰ ਕੋਈ ਚੋਰ ਚੱਕਾ ਉਹ ਖੋਹ ਨਹੀਂ ਸਕਦਾ, ਚਰਾ ਕੇ ਨਹੀਂ ਲਿਜਾ ਸਕਦਾ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨੂੰ। ਇਸ ਸ਼ਬਦ ਦੇ ਇਹ ਅਰਥ ਨੇ। ਜਦੋਂ ਭਾਈ ਗੁਰਦਾਸ ਜੀ ਨੇ ਇਹ ਸ਼ਬਦ ਸੁਣਿਆ ਇੱਕਦਮ ਉਹਨਾਂ ਨੂੰ ਲੱਗਿਆ ਵੀ ਗੁਰੂ ਸਾਹਿਬ ਜੀ ਨੇ ਤਾਂ ਸਾਨੂੰ ਸਮਝਾ ਦਿੱਤਾ, ਗੁਰਮਖੋ ਸ਼ਬਦ ਦਾ ਆਸਰਾ ਲੈਣ ਵਾਲਾ ਤਾਂ ਸੰਸਾਰ ਸਮੁੰਦਰ 'ਚ ਨਹੀਂ ਡੁੱਬ ਸਕਦਾ, ਇਹ ਨਦੀ ਤਾਂ ਵਿਚਾਰੀ ਕੀ ਹੈ। ਸ਼ਬਦ ਆਸਰੇ ਹੋ ਬਹੁ ਪਾਰ, ਮਹਾਰਾਜ ਸਾਹਿਬ ਜੀ ਨੇ ਦੱਸ ਦਿੱਤਾ ਕਿ ਸ਼ਬਦ ਦੇ ਆਸਰੇ ਨਾਲ ਤਾਂ ਤੁਸੀਂ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦੇ ਹੋ। ਇਮ ਨਿਹਚਾ ਸਤਿਗੁਰ ਕੋ ਧਾਰ, ਇਉਂ ਸੱਚੇ ਪਾਤਸ਼ਾਹ ਜੀ ਦੇ ਬਚਨ ਉੱਤੇ, ਮਹਾਰਾਜ ਜੀ ਦੇ ਸ਼ਬਦ ਉੱਤੇ ਨਿਸ਼ਚਾ ਉਸੇ ਵੇਲੇ ਆ ਗਿਆ ਭਾਈ ਗੁਰਦਾਸ ਜੀ ਨੂੰ, ਚੇਤਾ ਆ ਗਿਆ ਜਿਉਂ ਹੀ ਸ਼ਬਦ ਕੰਨਾਂ 'ਚ ਪਿਆ ਜੀ। ਸਭ ਸੰਗਤ ਕੋ ਕਹਾ ਬੁਝਾਈ, ਸਾਰੀ ਸੰਗਤ ਨੂੰ ਉੱਚੀ ਬੋਲ ਕੇ ਭਾਈ ਗੁਰਦਾਸ ਜੀ ਨੇ ਉਸ ਵੇਲੇ ਏਦਾਂ ਆਖਿਆ ਜੀ, ਹਮ ਹੈ ਮੁਗਧ ਬੂਝ ਨਹਿ ਪਾਈ। ਕਹਿਣ ਲੱਗੇ ਭਈ ਆਪਣੀ ਮੂਰਖਤਾਈ ਕਰਕੇ ਅਸੀਂ ਇਸ ਸ਼ਬਦ ਦੇ ਅਸਰ ਨੂੰ, ਸ਼ਬਦ ਦੇ ਆਸਰੇ ਨੂੰ ਭੁੱਲ ਗਏ ਸਾਂ, ਸਮਝ ਨਹੀਂ ਸਕੇ। ਮਹਾਰਾਜ ਜੀ ਨੇ ਤਾਂ ਕਿਰਪਾ ਕੀਤੀ ਹੋਈ ਹੈ। ਭਵ ਜਲ ਗੁਰ ਕੋ ਸ਼ਬਦ ਉਧਾਰ, ਕਹਿੰਦੇ ਗੁਰੂ ਦਾ ਸ਼ਬਦ ਤਾਂ ਭਵ ਜਲ ਤੋਂ ਪਾਰ ਕਰ ਦਿੰਦਾ ਹੈ। ਇਹ ਬਪਰੀ ਕਿਆ ਨਦੀ ਨਾ ਤਾਰੇ, ਤੇ ਸਾਧ ਸੰਗਤ ਜੀ ਇਹ ਨਦੀ ਵਿਚਾਰੀ ਕੀ ਹੈ, ਬਿਆਸ ਦਰਿਆ ਕੀ ਆਪਣਾ ਵਿਗਾੜ ਲਵੇਗਾ। ਪਰ ਸ਼ਰਧਾ ਗੁਰ ਕੋ ਬਚਨ ਮਾਨੋ, ਕਹਿਣ ਲੱਗੇ ਧਰੋ ਸ਼ਰਧਾ, ਗੁਰੂ ਸਾਹਿਬ ਜੀ ਦਾ ਬਚਨ ਮੰਨੋ ਸਾਰੇ ਜਾਣੇ। ਪੁੱਤਰ ਹੋ ਪਾਰ ਬਿਲ ਮਨਹਿ ਠਾਨੋ, ਆਓ ਆਪਾਂ ਚੱਲੀਏ, ਕੋਈ ਦੇਰੀ ਨਹੀਂ ਲੱਗੇਗੀ, ਆਪਾਂ ਪਾਰ ਕਰ ਜਾਵਾਂਗੇ ਇਸ ਦਰਿਆ ਨੂੰ, ਬਿਨਾਂ ਬੇੜੀ ਤੋਂ ਹੀ ਪਾਰ ਕਰ ਜਾਵਾਂਗੇ। ਸਤਨਾਮ ਗੁਰਦਾਸ ਉਚਾਰਾ, ਇਉਂ ਕਹਿ ਕੇ ਤੇ ਸਤਨਾਮ ਆਖਿਆ ਭਾਈ ਗੁਰਦਾਸ ਸਾਹਿਬ ਜੀ ਨੇ। ਪ੍ਰਥਮ ਪ੍ਰਵੇਸ਼ਿਓ ਨਦੀ ਮਝਾਰ, ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਬਿਆਸ ਦਰਿਆ ਦੇ ਵਿੱਚ ਵੜੇ ਜੀ, ਉਹਨਾਂ ਨੇ ਪ੍ਰਵੇਸ਼ ਕੀਤਾ। ਜਾਨੂ ਲਗ ਜਲ ਭਾ ਸਲਤਾ ਕੋ, ਜਦੋਂ ਭਾਈ ਗੁਰਦਾਸ ਜੀ ਦਰਿਆ ਦੇ ਵਿੱਚ ਵੜੇ ਤੇ ਜਾਨੂ ਗੋਡੇ ਨੂੰ ਕਹਿੰਦੇ ਗੋਡੇ ਗੋਡੇ ਜਲ ਸੀ। ਫਿਰ ਉਸ ਵੇਲੇ ਉਹਨਾਂ ਦੇ ਸਿਰਫ ਸੰਗਤ ਸਗਲ ਦੇਹ ਕਰਤਾ ਕੋ, ਸਾਰੀ ਸੰਗਤ ਭਾਈ ਗੁਰਦਾਸ ਜੀ ਨੂੰ ਅੱਗੇ ਦਰਿਆ ਵਿੱਚ ਵੜਿਆ ਦੇਖ ਕੇ ਸਤਨਾਮ ਕੋ ਉਚਰਿਓ ਆਛੇ, ਸਤਨਾਮ ਕਹਿ ਕੇ ਤੇ ਸਾਰੀ ਸੰਗਤ ਵੀ ਪਿੱਛੇ ਹੀ ਤੁਰ ਪਈ ਜੀ। ਗਮਨ ਕੀਨ ਗੁਰਦਾਸ ਸਹ ਪਾਛੇ, ਭਾਈ ਗੁਰਦਾਸ ਸਾਹਿਬ ਜੀ ਦੇ ਪਿੱਛੇ ਪਿੱਛੇ ਸਾਰੀ ਸੰਗਤ ਹੁਣ ਦਰਿਆ ਵਿੱਚ ਚੱਲੀ ਜਾ ਰਹੀ ਹੈ। ਕੱਟ ਲਗ ਜਲ ਕਿਸ ਕੇ ਨਹਿ ਆਇਓ, ਕੱਟ ਕਹਿੰਦੇ ਨੇ ਲੱਕ ਨੂੰ, ਕਹਿੰਦੇ ਲੱਕ ਤੱਕ ਕਿਸੇ ਦੇ ਵੀ ਜਲ ਨਹੀਂ ਆਇਆ, ਇੰਨਾ ਚੜਿਆ ਹੋਇਆ ਦਰਿਆ ਜਿਹੜਾ ਸੀ ਉਹਨੇ ਰਸਤਾ ਦੇ ਦਿੱਤਾ, ਸਿਰਫ ਗੋਡਿਆਂ ਗੋਡਿਆਂ ਤੱਕ ਪਾਣੀ ਰਿਹਾ ਜੀ। ਸੰਗਤ ਸਗਲ ਪਾਰ ਉਤਰ ਆਇਓ, ਬੜੇ ਆਰਾਮ ਨਾਲ ਭਾਈ ਗੁਰਦਾਸ ਜੀ ਸਾਰੀ ਸੰਗਤ ਨੂੰ ਲੈ ਕੇ ਪਾਰ ਉਤਰ ਗਏ ਹਨ।
ਗੁਰ ਜਹਾਜ ਖੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਏ। ਮਹਾਰਾਜ ਦੇ ਬਚਨ ਨੇ ਗੁਰਮੁਖੋ ਇਹ ਸ਼ਬਦ ਦਾ ਤਾਂ ਨਾਮ ਦਾ ਜਹਾਜ਼ ਗੁਰੂ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ। ਜਿਹੜਾ ਇਹਦਾ ਆਸਰਾ ਲਵੇਗਾ ਦੱਸੋ ਕੋਈ ਕਿਵੇਂ ਨਾ ਤਰੇਗਾ, ਪਰ ਤਰੇਗਾ ਤਾਂ ਜੇ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਸ਼ਬਦ ਦਾ ਆਸਰਾ ਲਵੇਗਾ ਤੇ ਜੀ। ਗੁਰ ਕੋ ਸ਼ਬਦ ਕਰਿਓ ਵੱਡ ਬੇਰਾ, ਕਹਿੰਦੇ ਗੁਰੂ ਦੇ ਸ਼ਬਦ ਦਾ ਤਾਂ ਵੱਡਾ ਬੇੜਾ ਤਿਆਰ ਕਰ ਦਿੱਤਾ ਮਹਾਰਾਜ ਜੀ ਨੇ। ਭਏ ਪਾਰ ਸਗਰੇ ਬਿਨ ਬੇਰਾ, ਬਿਨਾਂ ਦੇਰੀ ਤੋਂ ਸਾਰੀ ਸੰਗਤ ਇਸ ਸ਼ਬਦ ਦੇ ਬੇੜੇ ਤੇ ਚੜ ਕੇ ਪਾਰ ਹੋ ਗਈ ਜੀ। ਸਭ ਕੋ ਵਤ ਨਿਸ਼ਚਾ ਔਰ ਭਇਓ, ਸਾਰਿਆਂ ਦਾ ਨਿਸ਼ਚਾ ਹੋ ਗਿਆ, ਬਹੁਤ ਸ਼ਰਧਾ ਹੋ ਗਈ ਵੀ ਗੁਰੂ ਸਾਹਿਬ ਜੀ ਦਾ ਸ਼ਬਦ ਗੁਰਮੁਖੋ ਕਦੇ ਵੀ ਨਹੀਂ ਡਿੱਬਣ ਦਿੰਦਾ। ਭਾਵੇਂ ਆਪਾਂ ਇਹ ਪ੍ਰਤੱਖ ਭਾਈ ਬਿਧੀ ਚੰਦ ਜੀ ਦਾ ਪ੍ਰਮਾਣ ਆਪਣੇ ਸਾਹਮਣੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਮੰਨ ਕੇ ਜਦੋਂ ਦਸ਼ਾਲੇ ਲੈ ਕੇ ਪੱਟੀਆਂ ਨਿਕਲੇ, ਤੁਹਾਨੂੰ ਪਤਾ ਭੱਠ 'ਚ ਬਹਿ ਕੇ ਉਹਨਾਂ ਨੇ ਆਪਣਾ ਸਮਾਂ ਬਤੀਤ ਕੀਤਾ ਸੀ ਤੇ ਭੱਠ ਸਾਹਿਬ ਗੁਰਦੁਆਰਾ ਬਣਿਆ ਹੋਇਆ, ਇੱਕ ਰੋਮ ਵੀ ਨਹੀਂ ਸੀ ਸੜਨ ਦਿੱਤਾ ਮਹਾਰਾਜ ਜੀ ਨੇ ਭਾਈ ਬਿਧੀ ਚੰਦ ਜੀ ਦਾ। ਇਉਂ ਗੁਰੂ ਸਾਹਿਬ ਜੀ ਪ੍ਰਤੱਖ ਤੇ ਗੁਪਤ ਸਭ ਥਾਵਾਂ ਤੇ ਸਹਾਇਤਾ ਕਰਦੇ ਜੇ ਕੋਈ ਸ਼ਬਦ ਉੱਤੇ ਨਿਸ਼ਚਾ ਰੱਖੇ ਤਾਂ ਜੀ। ਸ਼ਬਦ ਆਸਰਾ ਦ੍ਰਿੜ ਕਰ ਕੀਓ, ਕਹਿੰਦੇ ਸ਼ਬਦ ਦਾ ਆਸਰਾ ਸਾਰਿਆਂ ਨੇ ਆਪਣੇ ਮਨ 'ਚ ਪੱਕਾ ਕਰ ਲਿਆ ਕਿ ਕਦੀ ਕੋਈ ਵਿਪਤਾ ਬਣੇ ਤੇ ਤੁਸੀਂ ਸ਼ਬਦ ਦਾ ਆਸਰਾ ਲਓ, ਅਭਿਆਸ ਕਰੋ, ਪੜੋ ਤੇ ਅਰਦਾਸ ਕਰੋ, ਪੂਰੀ ਹੋ ਜਾਏਗੀ। ਗੋਇੰਦਵਾਲ ਪੁਰੀ ਮਹਿ ਆਏ, ਕਹਿੰਦੇ ਉਹ ਪਾਰ ਕਰਕੇ ਦਰਿਆ ਮਹਾਰਾਜ ਜੀ ਦੀ ਬਾਣੀ ਦੇ ਆਸਰੇ ਗੋਇੰਦਵਾਲ ਨਗਰ 'ਚ ਪ੍ਰਵੇਸ਼ ਕੀਤਾ ਜੀ। ਸਿਸ ਸ੍ਰੀ ਅੰਮ੍ਰਿਤ ਅੰਸ ਸਮੁਦਾਇ, ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਸ ਬੰਸ ਦੇ ਕੁਝ ਬੱਚੇ ਗਲੀ ਵਿੱਚ ਖੇਡਦੇ ਪਏ ਸਨ ਜੀ। ਖੇਲਤ ਮਿਲੇ ਪ੍ਰਸ ਪਰਸੋ, ਕਹਿੰਦੇ ਨੇ ਉਹ ਆਪੋ ਵਿੱਚ ਦੀ ਬੱਚੇ ਏਦਾਂ ਮਿਲ ਕੇ ਖੇਡਦੇ ਪਏ ਸਨ। ਬਾਲਕ ਖੇਲ ਹੋਤ ਹੈ ਜੋ, ਬੱਚਿਆਂ ਵਾਲੀ ਜਿਹੜੀ ਕੋਈ ਖੇਡ ਸੀ ਉਹ ਖੇਡਦੇ ਪਏ ਸਨ ਜੀ। ਕਿਸੇ ਬਾਤ ਪਰ ਬਾਕਾ ਲਾਵੇਂ, ਕਹਿੰਦੇ ਕਿਸੇ ਬੱਚੇ ਨੇ ਕੋਈ ਗੱਲ ਕੀਤੀ ਤੇ ਦੂਸਰੇ ਬੱਚੇ ਨੇ ਏਦਾਂ ਕਿਉਂ ਜਵਾਬ ਦਿੱਤਾ। ਹੋਏ ਹੈ ਇਮ ਜੇ ਸਤਿਗੁਰ ਭਾਵ, ਉਹ ਬੱਚਾ ਕਹਿਣ ਲੱਗਾ ਜੇ ਗੁਰੂ ਸਾਹਿਬ ਜੀ ਨੂੰ ਭਾਇਆ ਤੇ ਐਵੇਂ ਹੀ ਹੋਵੇਗਾ ਜਿਵੇਂ ਤੂੰ ਕਹਿਣਾ ਹੈ। ਸੁਣ ਕੇ ਮਨ ਗੁਰਦਾਸ ਵਿਚਾਰ, ਕਹਿੰਦੇ ਉਸ ਬੱਚੇ ਕੋਲੋਂ ਇਹ ਗੱਲ ਸੁਣ ਕੇ ਭਾਈ ਗੁਰਦਾਸ ਜੀ ਨੇ ਵਿਚਾਰ ਕੀਤੀ ਜੀ। ਗੁਰ ਭਾਣਾ ਔਰ ਇਨਨੇ ਧਾਰਾ, ਕਹਿੰਦੇ ਇਹਨਾਂ ਬੱਚਿਆਂ ਨੂੰ ਵਿਸ਼ਵਾਸ ਹੈ ਗੁਰੂ ਸਾਹਿਬ ਜੀ ਤੇ, ਅਸੀਂ ਤਾਂ ਡੋਲ ਗਏ ਸਾਂ, ਭੁੱਲ ਗਏ ਸਾਂ। ਹਾਲਾਂਕਿ ਭਾਈ ਗੁਰਦਾਸ ਜੀ ਨੇ ਕੀ ਭੁੱਲਣਾ ਸੀ, ਪਰ ਫਿਰ ਵੀ ਸਾਰਿਆਂ ਨੂੰ ਕੁਝ ਸਿਖਾਉਣ ਵਾਸਤੇ, ਕੋਈ ਪੂਰਨਾ ਪਾਉਣ ਵਾਸਤੇ ਮਹਾਰਾਜ ਜੀ ਆਪਣੇ ਗੁਰੂ ਕੇ ਸਿੱਖਾਂ ਦੇ ਰਾਹੀਂ ਕੌਤਕ ਕਰਦੇ ਨੇ। ਭਾਈ ਗੁਰਦਾਸ ਜੀ ਨੇ ਆਖਿਆ ਦੇਖੋ ਬੱਚਿਆਂ ਨੂੰ ਕਿੰਨਾ ਨਿਸ਼ਚਾ ਗੁਰਮੁਖੋ, ਇੱਕ ਬੱਚਾ ਕਹਿ ਰਿਹਾ ਇਦਾਂ ਹੀ ਜੇ ਗੁਰੂ ਸਾਹਿਬ ਨੂੰ ਭਾਇਆ ਤੇ ਇਦਾਂ ਹੀ ਹੋਵੇਗਾ। ਜਾਂ ਤੇ ਇਹ ਬਾਲਕ ਗੁਰ ਰੂਪ, ਕਹਿਣ ਲੱਗੇ ਇਹ ਗੁਰੂ, ਇਹਨਾਂ ਬਾਲਕਾਂ ਦੇ ਵਿੱਚ ਤਾਂ ਗੁਰੂ ਸਾਹਿਬ ਜੀ ਆਪ ਹੀ ਵਰਤਦੇ ਪਏ ਹਨ। ਬੋਲਤ ਨਿਸ਼ਚੈ ਭਾਕ ਅਨੂਪ, ਕਹਿੰਦੇ ਉਮਰ ਛੋਟੀ ਹੈ ਤੇ ਕਿੰਨੇ ਨਿਸ਼ਚੇ ਨਾਲ ਇਹ ਬਚਨ ਕਰਦੇ ਪਏ ਨੇ ਵੀ ਜੇ ਗੁਰੂ ਸਾਹਿਬ ਨੂੰ ਭਾਇਆ ਤਾਂ ਇਦਾਂ ਹੀ ਹੋ ਜਾਏਗਾ। ਦੋਏ ਕਰ ਬੰਦ ਬੰਦਨਾ ਠਾਨੀ, ਹੱਥ ਜੋੜ ਕੇ ਭਾਈ ਗੁਰਦਾਸ ਜੀ ਨੂੰ ਉਹਨਾਂ ਬੱਚਿਆਂ ਨੂੰ ਬੰਦਨਾ ਕਰ ਦਿੱਤੀ ਜੀ। ਧੰਨ ਧੰਨ ਇਨ ਗੁਰ ਮਤ ਜਾਨੀ, ਕਹਿੰਦੇ ਧੰਨ ਨੇ ਬੱਚੇ ਜਿਨ੍ਹਾਂ ਗੁਰੂ ਦੀ ਮੱਤ ਨੂੰ ਗ੍ਰਹਿਣ ਕਰ ਲਿਆ, ਮਹਾਰਾਜ ਜੀ ਦੇ ਬਚਨ ਦਾ ਨਿਸ਼ਚਾ ਹੈ। ਕੀਨ ਸਨੇਸਾ ਵਿਸ਼ਰਾਮ ਸੋ ਨਗਰੀ, ਕਹਿੰਦੇ ਨੇ ਇਉਂ ਫਿਰ ਜਾ ਕੇ ਤੇ ਗੋਇੰਦਵਾਲ ਭਾਈ ਗੁਰਦਾਸ ਜੀ ਸਾਰੀਆਂ ਸੰਗਤਾਂ ਨੇ ਉਹ ਰਾਤ ਬਤੀਤ ਕੀਤੀ ਜੀ। ਸਿਮਰ ਸਤਿਗੁਰੂ ਸੰਗਤ ਸਗਰੀ, ਸਾਰੀ ਸੰਗਤ ਸਤਿਗੁਰੂ ਜੀ ਨੂੰ ਸਿਮਰਦੀ ਪਈ ਹੈ। ਪ੍ਰਾਤ ਉਠੇ ਬਾਪੀ ਇਸ਼ਨਾਨੇ, ਸਵੇਰੇ ਉੱਠ ਕੇ ਬੌਲੀ ਸਾਹਿਬ ਵਿੱਚ ਇਸ਼ਨਾਨ ਕੀਤਾ ਸਾਰਿਆਂ ਨੇ। ਅਮਰ ਅੰਸ਼ ਕੋ ਬੰਧਨ ਠਾਨੇ, ਫਿਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨੂੰ, ਬਾਬਾ ਮੋਹਨ ਜੀ ਨੂੰ, ਬਾਬਾ ਮੋਹਰੀ ਜੀ ਨੂੰ ਜਾ ਕੇ ਨਮਸਕਾਰ ਕੀਤੇ। ਸੁਣੀ ਕੁਮਤ ਪ੍ਰਥਿਏ ਕੀ ਕਾਨ, ਉਹਨਾਂ ਕੋਲੋਂ, ਬਾਬਾ ਮੋਹਰੀ ਜੀ ਕੋਲੋਂ ਭਾਈ ਗੁਰਦਾਸ ਜੀ ਨੇ ਸਾਰੀਆਂ ਸੰਗਤਾਂ ਨੇ ਸੁਣਿਆ ਜੋ ਪ੍ਰਿਥੀ ਚੰਦ ਨੇ ਖੋਟੀ ਮਤ, ਖੋਟਾ ਵਰਤਾਰਾ ਕੀਤਾ ਸੀ। ਕੀਨ ਸੁਧਾ ਸਰ ਕੋ ਪ੍ਰਸਥਾਨ, ਉਸੇ ਵੇਲੇ ਸਾਰੀ ਸੰਗਤ ਅੰਮ੍ਰਿਤਸਰ ਨੂੰ ਤੁਰ ਪਈ ਜਦੋਂ ਪਤਾ ਲੱਗਾ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਉੱਥੇ ਚਲੇ ਗਏ ਹਨ। ਇੱਕ ਨਿਸਬਸ ਪਹੁੰਚੇ ਤਹ ਜਾਈ, ਇੱਕ ਰਾਤ ਰਸਤੇ ਵਿੱਚ ਬਤੀਤ ਕਰਕੇ ਸਾਰੇ ਜਣੇ ਅੰਮ੍ਰਿਤਸਰ ਪਹੁੰਚ ਗਏ ਜੀ। ਤਬ ਗੁਰਦਾਸ ਹਿਰਦੈ ਠਹਿਰਾਈ, ਹੁਣ ਜਦੋਂ ਅੰਮ੍ਰਿਤਸਰ ਵਿੱਚ ਪ੍ਰਵੇਸ਼ ਕਰਨ ਲੱਗੇ ਤੇ ਭਾਈ ਗੁਰਦਾਸ ਜੀ ਨੇ ਆਪਣੇ ਹਿਰਦੇ 'ਚ ਏਦਾਂ ਵਿਚਾਰ ਕੀਤੇ। ਨਿਸ਼ਚੈ ਸ਼੍ਰੀ ਅਰਜਨ ਗੁਰ ਭਇਓ, ਕਹਿਣ ਲੱਗੇ ਵੀ ਨਿਸ਼ਚਾ ਹੈ ਵੀ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰੂ ਬਣਾਇਆ, ਇਸ ਗੱਲ ਵਿੱਚ ਕੋਈ ਸ਼ੰਕਾ ਨਹੀਂ ਹੈ। ਕਉ ਮਨੋਰਥ ਐਸੇ ਕੀਓ, ਫਿਰ ਵੀ ਭਾਈ ਗੁਰਦਾਸ ਜੀ ਕਹਿੰਦੇ ਮੇਰੇ ਮਨ ਦਾ ਇੱਕ ਮਨੋਰਥ ਹੈ, ਮੈਨੂੰ ਸ਼ੰਕਾ ਕੋਈ ਨਹੀਂ। ਗੁਰੂ ਰਾਮਦਾਸ ਸਾਹਿਬ ਜੀ ਨੇ ਬਿਠਾਇਆ, ਬਾਬਾ ਮੋਹਰੀ ਜੀ ਤੋਂ ਸਭ ਕੁਝ ਸੁਣ ਲਿਆ, ਪਤਾ ਲੱਗ ਗਿਆ ਜੋ ਜੋ ਪ੍ਰਿਥੀ ਚੰਦ ਨੇ ਵੀ ਕੀਤਾ, ਪਰ ਫਿਰ ਵੀ ਭਾਈ ਗੁਰਦਾਸ ਜੀ ਨੇ ਆਪਣੇ ਮਨ 'ਚ ਕਹਿੰਦੇ ਵੀ ਮੇਰੇ ਮਨ ਦੀ ਇੱਕ ਭਾਵਨਾ ਇਸ ਤਰ੍ਹਾਂ ਹੈ। ਗੁਰ ਭਾਣਾ ਜਾਣਿਓ ਜਿਨ ਬਾਲਕ, ਸੋ ਜਿਵੇਂ ਇਹਨਾਂ ਬਾਲਕਾਂ ਨੇ ਗੁਰੂ ਸਾਹਿਬ ਜੀ ਦੇ ਭਾਣੇ ਨੂੰ ਨਿਸ਼ਚੇ ਨਾਲ ਮੰਨਿਆ ਸੀ, ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਨੇ ਗੋਇੰਦਵਾਲ ਨਮਸਕਾਰ ਕੀਤੀ ਸੀ। ਮੈਂ ਤਿਨ ਕੋ ਬੰਦਿਓ ਤਤਕਾਲ, ਭਾਈ ਗੁਰਦਾਸ ਜੀ ਕਹਿੰਦੇ ਵੀ ਮੈਂ ਉਹਨਾਂ ਬਾਲਕਾਂ ਨੂੰ ਨਮਸਕਾਰ ਕੀਤੀ ਆ ਜਿਹੜੇ ਗੁਰੂ ਸਾਹਿਬ ਜੀ ਦੇ ਭਾਣੇ ਨੂੰ ਇੰਨੇ ਨਿਸ਼ਚਾ, ਇੰਨੀ ਸ਼ਰਧਾ ਨਾਲ ਮੰਨੀ ਬੈਠੇ ਹਨ। ਬਿਨਾ ਭਨੇ ਇਹ ਸਗਲ ਪ੍ਰਸੰਗ, ਤੇ ਜੇ ਬਿਨਾ ਮੇਰੇ ਕਹੇ ਤੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਹ ਗੱਲ ਆਪ ਛੇੜ ਦੇਣਗੇ ਜਿਹੜੀ ਮੈਂ ਬਾਲਕਾਂ ਨੂੰ ਨਮਸਕਾਰ ਕੀਤੀ ਹੈ ਗੋਇੰਦਵਾਲ, ਇਹ ਜੇ ਤੇ ਗੁਰੂ ਅਰਜਨ ਦੇਵ ਸਾਹਿਬ ਜਦੋਂ ਮੈਂ ਜਾ ਕੇ ਮੱਥਾ ਟੇਕਾਂ, ਜੇ ਤੇ ਮਹਾਰਾਜ ਇਹ ਗੱਲ ਆਪ ਚਲਾਉਣ
ਫਿਰ ਮੈਂ ਮੰਨਾਂਗਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਾਕਿਆ ਹੀ ਪ੍ਰਤੱਖ ਜੋਤ ਉਹਨਾਂ 'ਚ ਵਰਤ ਰਹੀ ਹੈ। ਇਹ ਆਪਣੇ ਅੰਦਰ ਨਿਰਣਾ ਕੀਤਾ ਭਾਈ ਗੁਰਦਾਸ ਜੀ ਨੇ। ਇਹ ਕਰ ਬੂਝਣਗੇ ਮੁਝ ਸੰਗ, ਜੇ ਆਪ ਕਹਿ ਕੇ ਮੇਰੇ ਕੋਲੋਂ ਪੁੱਛ ਲੈਣਗੇ ਇਹ ਗੱਲ ਜਿਹੜੀ ਮੈਂ ਬਾਲਕਾਂ ਨੂੰ ਬੱਚਿਆਂ ਨੂੰ ਨਮਸਕਾਰ ਕੀਤੀ ਹੈ, ਤਉ ਜਾਣੂ ਮੈਂ ਗੁਰ ਇਹ ਭਏ, ਤਾਂ ਮੈਂ ਜਾਣਾਂਗਾ ਕਿ ਵਾਕਿਆ ਚਾਰੇ ਪਾਤਸ਼ਾਹੀਆਂ ਪੰਜਵੇਂ ਪਾਤਸ਼ਾਹ ਜੀ ਵਿੱਚ ਵਰਤਦੀਆਂ ਪਈਆਂ ਹਨ। ਸ੍ਰੀ ਨਾਨਕ ਪੰਚਮ ਤਨ ਲਏ, ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਪੰਜਵਾਂ ਸਰੂਪ ਹਨ ਜੀ। ਏਵ ਮਨੋਰਥ ਕਰ ਔਰ ਮਾਹੀ, ਇਉਂ ਮਨੋਰਥ ਕਰਕੇ ਆਪਣੇ ਮਨ ਵਿੱਚ ਇਹ ਵਿਚਾਰ ਕਰਕੇ ਭਾਈ ਗੁਰਦਾਸ ਜੀ ਨੇ ਡੇਰਾ ਕੀਨ ਸੁਦਾ ਸਰ ਪਾਏ। ਜਦੋਂ ਅੰਮ੍ਰਿਤਸਰ ਪ੍ਰਵੇਸ਼ ਕੀਤਾ, ਸ਼ਾਮਾਂ ਪੈ ਗਈਆਂ ਸਨ ਤੇ ਸਾਰੀ ਸੰਗਤ ਦੇ ਨਾਲ ਉੱਥੇ ਉਹਨਾਂ ਉਹ ਰਾਤ ਬਤੀਤ ਕੀਤੀ ਜੀ। ਨਿਸ ਬਿਤਾਈ ਕੀ ਨਿਸ਼ੇਸ਼ ਨਾਨਾ, ਕਹਿੰਦੇ ਜਦੋਂ ਸਵੇਰਾ ਹੋਇਆ ਅਗਲੇ ਦਿਨ ਦਾ ਅੰਮ੍ਰਿਤ ਵੇਲਾ, ਭਾਈ ਗੁਰਦਾਸ ਜੀ ਨੇ ਸਾਰੀਆਂ ਸੰਗਤਾਂ ਨੇ ਇਸ਼ਨਾਨ ਕੀਤਾ। ਸਭ ਸੰਗਤ ਲੈ ਵਸਤੂ ਨਾਨਾ, ਸਾਰੀਆਂ ਸੰਗਤਾਂ ਨੇ ਭੇਟਾਵਾਂ ਆਪਣੇ ਹੱਥ ਵਿੱਚ ਫੜ ਲਈਆਂ ਜੋ ਲੈ ਕੇ ਆਏ ਸਨ। ਸ੍ਰੀ ਅਰਜਨ ਸੋਹਤ ਜਸ ਥਾਏ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਿੱਥੇ ਸਭਾਇਮਾਨ ਸਨ, ਜਾਏ ਸਭਨ ਬੰਦੇ ਤਿਨ ਪਾਏ। ਸਾਰਿਆਂ ਨੇ ਜਾ ਕੇ ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਭੇਟਾ ਰੱਖ ਰੱਖ ਕੇ ਜੀ। ਅਰਪੀ ਪੁੰਜ ਅਕੋਰ ਅਗਾਰੀ, ਬਹੁਤ ਸਾਰੀਆਂ ਭੇਟਾਵਾਂ ਪੰਜਵੇਂ ਪਾਤਸ਼ਾਹ ਜੀ ਨੂੰ ਅਰਪ ਦਿੱਤੀਆਂ ਹਨ ਸਾਰਿਆਂ ਨੇ। ਦਰਸ਼ਨ ਤੇ ਪ੍ਰਾਪਤ ਸੁਖ ਭਾਰੀ, ਮਹਾਰਾਜ ਜੀ ਦੇ ਦਰਸ਼ਨ ਕਰਕੇ ਬਹੁਤ ਹਿਰਦੇ ਨੂੰ ਸੁਖ ਸ਼ਾਂਤੀ ਆਨੰਦ ਪ੍ਰਾਪਤ ਹੋਇਆ ਜੀ। ਪ੍ਰੇਮ ਸਹਿਤ ਹਿਰਦੇ ਭਰ ਆਏ, ਪ੍ਰੇਮ ਨਾਲ ਹਿਰਦੇ ਹੀ ਭਰ ਆਏ ਸਾਰਿਆਂ ਦੇ ਪੰਜਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ। ਗੋਰ ਰਾਵ ਪਿਖ ਦ੍ਰਿਗ ਕਾਂਜ ਖਿਰਾ, ਮਹਾਰਾਜ ਸੂਰਜ ਦੀ ਤਰ੍ਹਾਂ ਪ੍ਰਤਾਪੀ ਨੇ ਤੇ ਦ੍ਰਿਗ ਨੇਤਰ ਤੇ ਕਾਂਜ ਫੁੱਲ, ਕਮਲ ਦੇ ਫੁੱਲ ਨੂੰ ਕਹਿੰਦੇ ਜਿਵੇਂ ਸੂਰਜ ਨੂੰ ਦੇਖ ਕੇ ਕਮਲ ਦਾ ਫੁੱਲ ਖਿੜਦਾ, ਇਉਂ ਸੰਗਤਾਂ ਦੇ ਨੇਤਰ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕਰਕੇ ਖੇੜੇ ਵਿੱਚ ਆ ਗਏ ਸਾਰਿਆਂ ਦੇ ਨੇਤਰ, ਸਾਰਿਆਂ ਦੇ ਹਿਰਦੇ। ਗੁਰਮੁਖ ਸੱਸ ਚਕੋਰ ਚਖ ਕਰੇ, ਕਹਿੰਦੇ ਸਮਝ ਲਓ ਗੁਰੂ ਸਾਹਿਬ ਜੀ ਦਾ ਪਵਿੱਤਰ ਮੁਖ ਚੰਦਰਮਾ ਦੀ ਤਰ੍ਹਾਂ ਤੇ ਸਿੱਖਾਂ ਦੇ ਨੇਤਰ ਜਿਹੜੇ ਨੇ ਇਹ ਚਕੋਰ ਦੀ ਤਰ੍ਹਾਂ ਹਨ। ਇੱਕ ਟੱਕ ਪੰਜਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੇ ਹਨ। ਇੱਕ ਟੱਕ ਅਵਲੋਕਤ ਸਭ ਖਰੇ, ਇੱਕ ਟੱਕ ਹੀ ਦੇਖ ਰਹੇ ਨੇ ਮਹਾਰਾਜ ਜੀ ਨੂੰ, ਅੱਖਾਂ ਵੀ ਨਹੀਂ ਝਮਕਦੇ ਪਏ, ਇੰਨਾ ਆਨੰਦ ਆ ਰਿਹਾ ਮਹਾਰਾਜ ਜੀ ਦੇ ਦਰਸ਼ਨ ਕਰਕੇ। ਗੁਰ ਕਿਰਪਾਲ ਲਖ ਪ੍ਰੇਮ ਵਿਸਲ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਹਿਰਦੇ ਦਾ ਪ੍ਰੇਮ ਦੇਖਿਆ ਹੈ। ਖੁਸ਼ੀ ਕਰੀ ਸਭ ਪਰ ਤਿਸ ਕਲ, ਸਾਰਿਆਂ ਨੂੰ ਬਹੁਤ ਖੁਸ਼ੀਆਂ ਦਿੱਤੀਆਂ ਪੰਜਵੇਂ ਪਾਤਸ਼ਾਹ ਜੀ ਨੇ। ਆਏ ਸਦੇ ਕਰ ਸਭ ਬੈਠਾਏ, ਤੇ ਫਿਰ ਆਗਿਆ ਕਰਕੇ ਬਚਨ ਕਰਕੇ ਪੰਜਵੇਂ ਪਾਤਸ਼ਾਹ ਜੀ ਨੇ ਉਹਨਾਂ ਨੂੰ ਬਿਠਾ ਲਿਆ ਸੰਗਤਾਂ ਨੂੰ ਆਪਣੇ ਕੋਲੇ। ਮਨ ਬਾਸ਼ਤ ਸੰਗਤ ਬਰ ਪਾਏ, ਸਾਰਿਆਂ ਨੇ ਮਨ ਭਾਉਂਦੇ ਫਲਾਂ ਦੀ ਪ੍ਰਾਪਤੀ ਕੀਤੀ ਮਹਾਰਾਜ ਜੀ ਦੇ ਦਰਸ਼ਨ ਕਰਕੇ। ਸਹਿਜ ਸੁਭਾਇਕ ਬਾਕ ਬਿਲਾਸ, ਤੇ ਫਿਰ ਸਹਿਜ ਸੁਭਾਅ ਕੁਝ ਸੁਖ ਸਾਂਦ ਮਹਾਰਾਜ ਜੀ ਨੇ ਸਾਰਿਆਂ ਦੀ ਪੁੱਛੀ। ਬੂਝੋ ਗੁਰ ਸੱਚ ਕਹੋ ਅਰਦਾਸ, ਤੇ ਫਿਰ ਮਹਾਰਾਜ ਜੀ ਨੇ ਆਪਣਾ ਪਵਿੱਤਰ ਮੁਖ ਕੀਤਾ ਭਾਈ ਗੁਰਦਾਸ ਜੀ ਵੱਲ ਨੂੰ, ਕਹਿਣ ਲੱਗੇ ਦੱਸੋ ਭਾਈ ਗੁਰਦਾਸ ਜੀ, ਬਾਲਕ ਬ੍ਰਿੰਦ ਖੇਲਤੇ ਜਹਾਂ, ਜਦੋਂ ਤੁਸੀਂ ਗੋਇੰਦਵਾਲ ਵਿੱਚ ਵੜੇ ਸੀ ਤਾਂ ਉੱਥੇ ਬੱਚੇ ਖੇਲਦੇ ਪਏ ਸਨ। ਓ ਆਵਤ ਦੇਖੇ ਜਬ ਤਹਾਂ, ਜਦੋਂ ਤੁਸੀਂ ਉਹਨਾਂ ਨੂੰ ਦੇਖਿਆ ਸੀ ਬੱਚਿਆਂ ਨੂੰ ਖੇਲਦਿਆਂ ਹੋਇਆਂ ਤਾਂ ਸਭ ਕੋ ਤਾ ਪ੍ਰਣਾਮ ਜੋ ਕਰਿਓ, ਤੇ ਤੁਸੀਂ ਭਾਈ ਗੁਰਦਾਸ ਜੀ ਉਹਨਾਂ ਬੱਚਿਆਂ ਨੂੰ ਪ੍ਰਣਾਮ ਕੀਤੀ ਸੀ, ਨਮਸਕਾਰ ਕੀਤੀ ਸੀ। ਕੌਣ ਗਿਆਨ ਮਨ ਮੈਂ ਸ਼ੁਭ ਧਰਿਓ, ਉਸ ਵੇਲੇ ਕਿਹੜਾ ਗਿਆਨ ਫੋਰ ਆਇਆ ਸੀ ਤੁਹਾਨੂੰ ਵੀ ਬੱਚਿਆਂ ਨੂੰ ਤੁਸੀਂ ਮੱਥਾ ਟੇਕ ਦਿੱਤਾ ਸੀ? ਕਿਉਂਕਿ ਉਹਨਾਂ ਨੇ ਇਹ ਸੰਕਲਪ ਕੀਤਾ ਸੀ ਜੇ ਮਹਾਰਾਜ ਆਪ ਗੱਲ ਛੇੜਨਗੇ ਮੈਂ ਸਮਝ ਲਵਾਂਗਾ ਚਾਰੇ ਪਾਤਸ਼ਾਹੀਆਂ ਇਹਨਾਂ ਚ ਵਰਤ ਰਹੀਆਂ ਨੇ। ਉਵੇਂ ਸ਼ੰਕਾ ਭਾਵੇਂ ਕੋਈ ਨਹੀਂ, ਪਰ ਫਿਰ ਵੀ ਸੰਕਲਪ ਸੀ ਸਾਡੇ ਵਰਗਿਆਂ ਨੂੰ ਮੱਤ ਦੇਣ ਵਾਸਤੇ, ਤੇ ਆਪੇ ਛੇੜ ਲਿਆ ਬਚਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ। ਸੰਗਤ ਦੀ ਹਲਕੀ ਫੁਲਕੀ ਸੁਖ ਸਾਂਤ ਪੁੱਛੀ ਤੇ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ ਦੱਸੋ ਭਾਈ ਗੁਰਦਾਸ ਜੀ, ਕਿਹੜਾ ਗਿਆਨ ਤੁਹਾਨੂੰ ਉਸ ਵੇਲੇ ਆਇਆ ਸੀ ਕਿ ਛੋਟੇ ਬੱਚਿਆਂ ਨੂੰ ਤੁਸੀਂ ਹੱਥ ਜੋੜ ਕੇ ਨਮਸਕਾਰ ਕੀਤੀ ਰਾਤ ਗੋਇੰਦਵਾਲ ਵਿਖੇ? ਉਦੋਂ ਸੁਣ ਤਾਂ ਪ੍ਰਸੰਨ ਭਇਓ ਗੁਰਦਾਸ, ਬਸ ਇਹ ਗੱਲ ਮਹਾਰਾਜ ਜੀ ਦੇ ਮੁਖ ਤੋਂ ਨਿਕਲਣ ਦੀ ਢੇਰ ਸੀ ਕਿ ਸੱਚੇ ਪਾਤਸ਼ਾਹ ਜੀ ਤੇ ਪ੍ਰਸੰਨੀ ਹੋ ਗਏ। ਭਾਈ ਗੁਰਦਾਸ ਜੀ ਚਰਨਾਂ ਨਾਲ ਲਿਪਟ ਗਏ ਜੀ। ਬਹੁਤ ਭਾਂਤ ਕੀ ਸਤਤ ਪ੍ਰਕਾਸ਼, ਬਹੁਤ ਤਰੀਕਿਆਂ ਨਾਲ ਪੰਜਵੇਂ ਪਾਤਸ਼ਾਹ ਜੀ ਦੀ ਉਸਤਤ ਕੀਤੀ ਫਿਰ ਭਾਈ ਗੁਰਦਾਸ ਜੀ ਨੇ। ਗੁਰ ਚਾਰਣ ਮੈਂ ਜੋਤ ਵਿਸਾਲ, ਆਖਿਆ ਮਹਾਰਾਜ ਜਿਹੜੀ ਜੋਤ ਚਾਰਾਂ ਸਤਿਗੁਰਾਂ ਵਿੱਚ ਵਰਤਦੀ ਸੀ ਸੋ ਅਬਰਾਬਰ ਵਿਖੇ ਕਿਰਪਾਲਾ, ਮਹਾਰਾਜ ਕਿਰਪਾਲੂ ਸਤਿਗੁਰੂ ਜੀ ਉਹ ਆਪ ਜੀ ਵਿੱਚ ਹੈ, ਉਹ ਆਪ ਜੀ ਵਿੱਚ ਹੈ, ਮੈਨੂੰ ਪੱਕਾ ਨਿਸ਼ਚਾ ਹੋ ਗਿਆ ਜੀ। ਸੁਆਮੀ ਸਰਬ ਘਟਨ ਕੇ ਮਾਲਕ, ਮਹਾਰਾਜ ਤੁਸੀਂ ਸਾਰਿਆਂ ਦੇ ਹਿਰਦਿਆਂ ਦੇ ਮਾਲਕ ਹੋ, ਸਾਰਿਆਂ ਦੇ ਦਿਲ ਵਿੱਚ ਜੋ ਵਰਤਦਾ ਪਿਆ ਆਪ ਜੀ ਨੂੰ ਪਤਾ ਹੈ। ਕਿਆ ਮੈਂ ਕਹੂੰ ਬਿਰਤਾਂਤ ਸੋ ਬਾਲਕ, ਮਹਾਰਾਜ ਮੈਂ ਕੀ ਉਹਨਾਂ ਬਾਲਕਾਂ ਦਾ ਬਿਰਤਾਂਤ ਦੱਸਣਾ ਹੈ, ਪਰ ਫਿਰ ਵੀ ਜੇ ਆਪ ਜੀ ਨੇ ਗੱਲ ਛੇੜੀ ਮੇਰਾ ਸੰਕਲਪ ਸੀ ਤਾਂ ਬੇਨਤੀ ਕਰਦਾ ਹਾਂ। ਆਪਸ ਮੈਂ ਬੋਲਤ ਇਸ ਭਾਏ, ਮਹਾਰਾਜ ਉਹ ਆਪਸ ਵਿੱਚ ਦੀ ਖੇਲਦੇ ਹੋਏ ਏਦਾਂ ਗੱਲਾਂ ਕਰ ਰਹੇ ਸਨ ਬੱਚੇ। ਗੁਰ ਭਾਵੈ ਤੋ ਇਮ ਹੋਏ ਜਾਏ, ਇੱਕ ਬੱਚੇ ਨੇ ਕੁਝ ਆਖਿਆ ਸੀ ਤੇ ਦੂਜੇ ਨੇ ਆਖਿਆ ਜੇ ਗੁਰੂ ਸਾਹਿਬ ਨੂੰ ਪਾਇਆ ਏਦਾਂ ਹੀ ਹੋ ਜਾਵੇਗਾ। ਸੁਣ ਤਿਣ ਤੇ ਮੈਂ ਹਿਰਦੈ ਵਿਚਾਰ, ਮਹਾਰਾਜ ਉਹਨਾਂ ਕੋਲੋਂ ਇਹ ਬੱਚੇ ਦੀ ਗੱਲ ਸੁਣ ਕੇ ਹਿਰਦੇ 'ਚ ਮੈਂ ਵਿਚਾਰ ਕੀਤੀ ਸੀ। ਗੁਰ ਭਾਣਾ ਇਨ ਮਨ ਮਹਤਾਰ, ਇਹਨਾਂ ਨੇ ਅਸਲ ਵਿੱਚ ਗੁਰੂ ਸਾਹਿਬ ਜੀ ਦੇ ਭਾਣੇ ਨੂੰ ਮਹਾਰਾਜ ਜੀ ਦੀ ਆਗਿਆ ਨੂੰ ਮਨ ਵਿੱਚ ਧਾਰਨ ਕੀਤਾ ਹੈ। ਇਹੀ ਸੰਤ ਗੁਰ ਮੁਖ ਗੁਰ ਰੂਪ, ਇਹ ਤੇ ਸੰਤ ਰੂਪ ਨੇ ਬੱਚੇ, ਗੁਰਮੁਖ ਰੂਪ ਹਨ।
ਕਰਿਓ ਚਰਨ ਮਹਿ ਜਾਨ ਅਨੂਪ। ਇਹ ਜਾਣ ਕੇ ਉਹਨਾਂ ਨੂੰ ਮੈਂ ਨਮਸਕਾਰ ਕੀਤੀ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ। ਪੁੰਨ ਸ਼੍ਰੀ ਅਰਜਨ ਭਏ ਪ੍ਰਸੰਨ। ਕਹਿੰਦੇ ਇਹ ਸੁਣ ਕੇ ਬੇਨਤੀ ਭਾਈ ਗੁਰਦਾਸ ਜੀ ਦੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਹੁਤ ਪ੍ਰਸੰਨ ਹੋਏ। ਧੰਨ ਗੁਰਦਾਸ ਸਿੱਖ ਤੂੰ ਧੰਨ। ਮਹਾਰਾਜ ਨੇ ਆਖਿਆ ਭਾਈ ਗੁਰਦਾਸ ਜੀ ਤੁਸੀਂ ਧੰਨ ਸਿੱਖ ਹੋ, ਐਸੇ ਸਿੱਖ ਹੋ ਤੁਹਾਨੂੰ ਧੰਨ ਕਹਿਣਾ ਬਣਦਾ ਹੈ। ਗੁਰਮਤਿ ਗੁਰ ਕਰਨਾ ਤੇ ਪ੍ਰਾਪਤ। ਤੁਸਾਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਗੁਰੂ ਘਰੋਂ ਗੁਰਮਤ ਗ੍ਰਹਿਣ ਕੀਤੀ ਹੈ। ਪ੍ਰੇਮ ਸਹਿਤ ਮੇਰੋ ਜਪ ਜਾਪਤ। ਤੁਸੀਂ ਪ੍ਰੇਮ ਸਹਿਤ ਮੇਰੇ ਸਰੂਪ ਨੂੰ ਉਹਨਾਂ ਚਾਰਾਂ ਸਰੂਪਾਂ ਦੇ ਵਿੱਚ ਦੇਖਿਆ ਹੈ। ਕਰ ਨਿਸ਼ਚਾ ਗੁਰ ਸ਼ਬਦ ਕਨੇਰ। ਫਿਰ ਤੁਸੀਂ ਗੁਰੂ ਦੇ ਸ਼ਬਦ ਉੱਤੇ ਇੰਨਾ ਨਿਸ਼ਚਾ ਇੰਨਾ ਵਿਸ਼ਵਾਸ ਧਾਰਨ ਕੀਤਾ ਵੀ ਤੁਸੀਂ ਉਹ ਦਰਿਆ ਪਾਰ ਕਰ ਲਿਆ। ਨਦੀ ਪਾਰ ਪ੍ਰਾਪਤ ਬਿਨ ਦੇਰ। ਬਿਨਾਂ ਦੇਰੀ ਤੋਂ ਤੁਸੀਂ ਨਦੀ ਪਾਰ ਕੀਤੀ, ਜਿਹੜੀ ਬੇੜੀ ਤੇ ਕਰਨੀ ਪੈਣੀ ਸੀ ਕਿਉਂਕਿ ਨਦੀ ਚੜੀ ਹੋਈ ਸੀ, ਪਰ ਤੁਸੀਂ ਸ਼ਬਦ ਦੇ ਆਸਰੇ ਤੇ ਪਾਰ ਕੀਤੀ। ਇਸ ਕਰਕੇ ਭਾਈ ਗੁਰਦਾਸ ਜੀ ਤੁਸੀਂ ਧੰਨ ਹੋ। ਕਰਨ ਕਰਾਵਣ ਜਾਣਹਿ ਮੋਹੇ। ਸੋ ਜੇ ਤੁਸੀਂ ਸਾਨੂੰ ਉਹਨਾਂ ਚਾਰ ਸਰੂਪਾਂ ਵਰਗਾ ਕਰਨ ਕਾਰਨ ਜਾਣਿਆ ਹੈ ਤਾਂ ਇਸ ਕੋ ਬਿਘਨ ਕਹੋ ਕਿਮ ਹੋਏ। ਆਖਿਆ ਪੰਜਵੇਂ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਉਹਨੂੰ ਕਿਵੇਂ ਕੋਈ ਵਿਘਨ ਲੱਗ ਸਕਦਾ ਜਿਹੜਾ ਸਾਨੂੰ ਉਹਨਾਂ ਚਾਰਾਂ ਸਰੂਪਾਂ 'ਚ ਹੀ ਦੇਖੇਗਾ। ਕਿਉਂ? ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਵਰਤਦੀ ਪਈ ਹੈ ਤੇ ਉਸ ਜੋਤ ਦੇ ਵਿੱਚੋਂ ਪ੍ਰਗਟ ਹੋਏ ਸ਼ਬਦ ਦਾ ਤੁਸੀਂ ਆਸਰਾ ਸਾਰੀ ਸੰਗਤ ਨੂੰ ਵਿਖਾਲ ਦਿੱਤਾ ਹੈ। ਉਹ ਜਿਹੜਾ ਸ਼ਬਦ ਦਾ ਆਸਰਾ ਲਵੇਗਾ ਉਹ ਇਹ ਨਦੀ ਤਾਂ ਵਿਚਾਰੀ ਕੀ ਹੈ, ਸੰਸਾਰ ਸਮੁੰਦਰ 'ਚ ਵੀ ਨਹੀਂ ਡੁੱਬ ਸਕੇਗਾ। ਇਹ ਤਾਂ ਹੀ ਭਾਈ ਗੁਰਦਾਸ ਜੀ ਨੇ ਅਸਲ 'ਚ ਏਦਾਂ ਕੀਤਾ ਸੀ। ਉਵੇਂ ਭਾਈ ਗੁਰਦਾਸ ਜੀ ਨੂੰ ਕੋਈ ਪਹਿਲਾਂ ਭੁਲੇਖਾ ਨਹੀਂ ਸੀ। ਬਾਕੀਆਂ ਨੂੰ ਦੱਸਣ ਵਾਸਤੇ, ਸਾਡੇ ਵਰਗਿਆਂ ਨੂੰ ਸਿੱਖਿਆ ਦੇਣ ਲਈ ਜਿਹੜੇ ਗੁਰਮੁਖ ਪਿਆਰੇ ਹੁੰਦੇ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਕੋਈ ਨਾ ਕੋਈ ਕੌਤਕ ਕੋਈ ਬਚਨ ਕਰਦੇ ਰਹਿੰਦੇ ਹਨ। ਤੁਮ ਅਭੇਦ ਕਰ ਮੋਹ ਕਹੋ ਜਾਨੋ। ਆਖਿਆ ਤੁਸੀਂ ਸਾਨੂੰ ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਦੇਵ ਮਹਾਰਾਜ, ਸ੍ਰੀ ਗੁਰੂ ਅਮਰਦਾਸ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨਾਲ ਅਭੇਦ ਸਮਝਿਆ ਹੈ। ਸ਼ਰਧਾ ਤੇ ਨਿਹਚਾ ਦ੍ਰਿੜ ਠਾਨਿਓ। ਇਸ ਕਰਕੇ ਤੁਹਾਡੀ ਸ਼ਰਧਾ, ਤੁਹਾਡਾ ਨਿਸ਼ਚਾ ਬੜਾ ਦ੍ਰਿੜ ਹੈ ਭਾਈ ਗੁਰਦਾਸ ਜੀ। ਰਹੋ ਹਮ ਪਾਸ ਸਦਾ ਮਮ ਪਿਆਰੇ। ਮਹਾਰਾਜ ਨੇ ਆਖਿਆ ਤੁਸੀਂ ਸਾਡੇ ਬਹੁਤ ਪਿਆਰੇ ਸਿੱਖ ਹੋ ਭਾਈ ਗੁਰਦਾਸ ਜੀ, ਤੇ ਅਸੀਂ ਚਾਹੁੰਦੇ ਹੁਣ ਤੁਸੀਂ ਸਾਡੇ ਕੋਲ ਹੀ ਰਹੋ। ਬੜੇ ਭਾਗ ਅਬ ਉਦੇ ਤਿਹਾਰੇ। ਬਹੁਤ ਵੱਡੇ ਭਾਗ ਨੇ ਤੁਹਾਡੇ ਭਾਈ ਗੁਰਦਾਸ ਜੀ ਪ੍ਰਗਟ ਹੋਏ। ਪਠਨ ਲਿਖਣ ਕੀ ਕਾਰ ਸੰਭਾਰ। ਹੁਣ ਸਾਡੇ ਕੋਲ ਰਹਿ ਕੇ ਤੇ ਪੜ੍ਹਾਈ ਲਿਖਾਈ ਦੀ ਕਾਰ ਤੁਸੀਂ ਕਰੋ। ਅਸੀਂ ਤੁਹਾਡੇ ਕੋਲ ਸੇਵਾ ਲੈਣੀ ਚਾਹੁੰਦੇ ਹਾਂ। ਗੁਰ ਘਰ ਕੀ ਸੇਵਾ ਹਿਤ ਧਾਰ ਹੋ। ਇਹ ਭਾਈ ਗੁਰਦਾਸ ਜੀ ਵਿਸ਼ੇਸ਼ ਸੇਵਾ ਗੁਰੂ ਘਰ ਦੀ ਜਿਹੜੀ ਅਸੀਂ ਤੁਹਾਡੇ ਤੋਂ ਲੈਣੀ ਚਾਹੁੰਦੇ ਆ। ਹੁਣ ਅਸੀਂ ਚਾਹੁੰਦੇ ਤੁਸੀਂ ਸਾਡੇ ਕੋਲ ਰਹਿ ਕੇ ਉਹ ਸੇਵਾ ਕਰੋ ਜੀ। ਸੰਗਤ ਮਹਿ ਮਸੰਦ ਹੋਏ ਔਰ। ਜਿਹੜੇ ਬਾਕੀ ਕੰਮ ਨੇ ਉਹ ਸੰਗਤ ਵਿੱਚ ਜਿਹੜੇ ਮਸੰਦ ਨੇ ਆਪੇ ਦੇਖ ਲਿਆ ਕਰਨਗੇ। ਤੁਮ ਨਿਤ ਰਹੋ ਹਮਾਰੀ ਠੌਰ। ਅਸੀਂ ਚਾਹੁੰਦੇ ਆ ਭਾਈ ਗੁਰਦਾਸ ਜੀ ਹੁਣ ਤੁਸੀਂ ਰੋਜ਼ ਸਾਡੇ ਕੋਲ ਹੀ ਰਹੋ। ਸੁਣ ਗੁਰਦਾਸ ਬੰਦਨਾ ਕੀਨ। ਇਹ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦਾ ਬਚਨ ਸੁਣ ਕੇ ਭਾਈ ਗੁਰਦਾਸ ਜੀ ਨੇ ਬੰਦਨਾ ਕੀਤੀ, ਮੱਥਾ ਟੇਕ ਦਿੱਤਾ ਜੀ। ਜਿਉਂ ਆਗਿਆ ਤਿਉਂ ਕਰਉ ਪ੍ਰਵੀਨ। ਜਿਵੇਂ ਆਗਿਆ ਮਹਾਰਾਜ ਜੀ ਆਪ ਜੀ ਦੀ ਇਦਾਂ ਹੀ ਮੈਂ ਕਰਾਂਗਾ। 7 ਵਚਨ ਆਖ ਦਿੱਤਾ ਭਾਈ ਗੁਰਦਾਸ ਜੀ ਨੇ। ਅਬ ਤੁਮ ਮੋਕੋ ਆਗਿਆ ਦੀਜੈ। ਹੁਣ ਪਰ ਮਹਾਰਾਜ ਮੈਨੂੰ ਆਗਿਆ ਦੇ ਦਿਓ ਜੀ। ਗੋਇੰਦਵਾਲ ਹੋਏ ਆਵੀਜੈ। ਮਹਾਰਾਜ ਮੈਂ ਪਰਿਵਾਰ ਕੋਲੇ ਗੋਇੰਦਵਾਲ ਕੁਝ ਸਮਾਂ ਰਹਿਣਾ ਚਾਹੁੰਦਾ। ਜਦੋਂ ਤੁਹਾਡਾ ਸੁਨੇਹਾ ਜਾਵੇਗਾ ਮੈਂ ਆ ਜਾਵਾਂਗਾ। ਜੋ ਸੇਵਾ ਆਪ ਜੀ ਨੇ ਆਖੀ ਮੈਂ ਕਰਾਂਗਾ, ਪਰ ਹੁਣ ਕੁਝ ਸਮਾਂ ਮੈਨੂੰ ਗੋਇੰਦਵਾਲ ਸਾਹਿਬ ਰਹਿਣ ਦਿਓ ਜੀ। ਸੁਣ ਕੇ ਸਤਿਗੁਰ ਭਏ ਦਇਆਲੂ। ਕਹਿੰਦੇ ਭਾਈ ਗੁਰਦਾਸ ਜੀ ਦੀ ਬੇਨਤੀ ਸੁਣ ਕੇ ਗੁਰੂ ਅਰਜਨ ਦੇਵ ਮਹਾਰਾਜ ਜੋ ਦਿਆਲੂ ਹਨ, ਕਿਰਪਾਲੂ ਹਨ। ਜਾਵ ਫਿਰ ਆਵੋ ਤਤਕਾਲੂ। ਮਹਾਰਾਜ ਨੇ ਆਖਿਆ ਜਾਓ ਭਾਈ ਗੁਰਦਾਸ ਜੀ ਤੇ ਫਿਰ ਆ ਜਾਇਓ ਵਾਪਸ। ਐਸੇ ਸੁਣਤ ਗਇਓ ਤਤਕਾਲ। ਮਹਾਰਾਜ ਜੀ ਦੀ ਆਗਿਆ ਲੈ ਕੇ ਭਾਈ ਗੁਰਦਾਸ ਜੀ ਵਾਪਸ ਚਲੇ ਗਏ ਜੀ। ਰਿਓ ਸਮਾਂ ਤੇ ਠਾਂ ਕੁਛ ਕਾਲ। ਕੁਝ ਸਮਾਂ ਭਾਈ ਗੁਰਦਾਸ ਜੀ ਗੋਇੰਦਵਾਲ ਵਿੱਚ ਰਹਿ ਰਹੇ ਨੇ ਇਸ ਵੇਲੇ, ਤੇ ਮਹਾਰਾਜ ਅੰਮ੍ਰਿਤਸਰ ਵਿੱਚ ਨੇ। ਇੱਥੇ ਸਮਾਂ ਸਾਧ ਸੰਗਤ ਜੀ ਸੰਪੂਰਨ ਹੋ ਗਿਆ। ਕੱਲ ਸ਼ਾਮ ਨੂੰ ਇੱਥੋਂ ਅੱਗੇ ਆਪਾਂ ਕਥਾ ਚਲਾਵਾਂਗੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਆਪਣੇ ਸਾਰਿਆਂ ਦੇ ਸਿਰ ਤੇ ਆਪਣਾ ਕਿਰਪਾ ਰੂਪੀ ਹੱਥ ਰੱਖਣ, ਤਾਂ ਜੋ ਆਪਾਂ ਨੂੰ ਕਿਸੇ ਤਰ੍ਹਾਂ ਦਾ ਸ਼ੰਕਾ, ਕੋਈ ਖੁਸ਼ਕੀ ਇਹ ਨਾ ਸਤਾਵੇ ਜਿੱਦਾਂ ਦੀ ਜ਼ਮਾਨੇ ਵਿੱਚ ਚੱਲਦੀ ਪਈ ਹੈ। ਗੁਰੂ ਸਾਹਿਬ ਜੀ ਰਹਿਮਤ ਕਰਨ, ਮਹਾਰਾਜ ਜੀ ਨੂੰ ਸਮਰੱਥ ਦੇਖੀਏ, ਕਿਉਂਕਿ ਹੈ ਹੀ ਸਮਰੱਥ ਨੇ। ਊਣ ਤਾਂ ਹੀ ਸਾਡੇ 'ਚ ਹੀ ਹੋਵੇਗੀ ਜੇ ਸਾਡੇ ਵਿੱਚ ਕੋਈ ਇਹ ਸਮਝ ਦੀ ਕੋਈ ਕਮੀ ਰਹਿ ਜਾਵੇ। ਇਸ ਲਈ ਅਰਦਾਸ ਬੇਨਤੀ ਕਰਨੀ ਚਾਹੀਦੀ, ਮਹਾਰਾਜ ਤੁਸੀਂ ਆਪ ਕਿਰਪਾ ਕਰੋ, ਤਾਂ ਹੀ ਅਸੀਂ ਆਪ ਜੀ ਨੂੰ ਸਮਰੱਥ ਸਮਝ ਸਕਾਂਗੇ ਜੀ। ਭੁੱਲਾਂ ਚੁੱਕਾਂ ਦੀ ਖਿਮਾ। 2 ਪੰਕਤੀਆਂ ਦਾ ਪਾਠ ਗੁਰਮੁਖਾਂ ਤੋਂ ਸਰਵਣ ਕਰੀਏ, ਫਿਰ ਫਤਿਹ ਬੁਲਾਈਏ ਜੀ। ਐਸੇ ਸੁਣਤ ਗਇਓ ਤਤਕਾਲ। ਰਹਿਓ ਸਮਾਂ ਤੇ ਠਾਂ ਕੁਛ ਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।